ਨਵਾਂ ਜ਼ਮਾਨਾ ਟੀਵੀ ਦੇ ਆਗਾਜ਼ ਮੌਕੇ ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ ਨੇ ਸਮਾਚਾਰ ਸੰਪਾਦਕ ਰਹੇ ਸੁਰਜਨ ਜੀਰਵੀ ਦਾ ਜ਼ਿਕਰ ਕੀਤਾ ਸੀ। ਇਸ ਸਮੇਂ ਉਹ ਕੈਨੇਡਾ ਵਿੱਚ ਰਹਿ ਰਹੇ ਹਨ। ਉਹਨਾਂ ਬਾਰੇ ਜੋਗਿੰਦਰ ਕਲਸੀ ਵੱਲੋਂ ਬਣਾਈ ਡਾਕੂਮੈਂਟਰੀ ਧੰਨਵਾਦ ਸਹਿਤ ਪੇਸ਼ ਕਰ ਰਹੇ ਹਾਂ। हाँ 85 में जन्मदिन है मेरा, ये तो ठीक है, पर मैं कोई एक गल है भी मैं कोई एहो जी शख्सियत तो है नहीं कि, पर इट्स एन इम्पॉर्टेंट माइलस्टोन इन माई लाइफ। ਜ਼ੀਰਵੀ ਸਾਹਿਬ ਦੀ ਸਭ ਤੋਂ ਵੱਡੀ ਗੱਲ ਇਹ ਕਿ ਹੈ ਵੀ ਬਹੁਤ ਗੁਰਬਤ, ਬਹੁਤ ਮੁਸ਼ਕਿਲ ਹਾਲਾਤ ਦੇ ਵਿੱਚ ਵੀ ਉਹਦੀ ਸੈਂਸ ਆਫ ਹਿਊਮਰ ਐਂਡ ਅ ਸਰਟਨ ਕੇਅਰ ਫਰੀਨੈਸ। ਜੇ ਕਮੀਜ਼ ਇੱਕੋ ਹੀ ਹੈ, ਪੈਂਟ ਇੱਕੋ ਹੀ ਹੈ ਤੇ ਠੀਕ ਹੈ, ਸ਼ਾਮ ਨੂੰ ਕੱਛਾ ਪਾਇਆ, ਬਨਿਆਨ ਪਾਈ, ਧੋਇਆ, ਸੁੱਕ ਗਿਆ ਤੇ ਉਹ ਪਾ ਲਿਆ। कोई शिकायत करने वाली गल नहीं। मेरे हिसाब के नाल कामरेड ज़ीरवी का सुभाव कलंदरी सुभाव सी। एक कलंदरी सुभाव वाले लोग कम्युनिस्ट मूवमेंट दे विच सिर्फ इस करके चली गए कि वो सेंस ऑफ ह्यूमर बहुत सी। वो हर कम्युनिस्ट लीडर की हर बेवकूफ़ी का मजाक उड़ा सकता सी ਤੇ ਹਰ ਗੱਲ ਤੇ ਹੱਸ ਸਕਦਾ ਸੀ। ਇਹ ਉਹਦਾ ਸੈਂਸ ਆਫ ਹਿਊਮਰ ਬੜੀ ਸਟਰੈਂਥ ਸੀ ਉਹਦੀ। ਜ਼ੀਰਵੀ ਸਾਹਿਬ ਦੀ ਇੱਕ ਵਿਲੱਖਣਤਾ ਇਹ ਵੀ ਸੀ, ਹਮੇਸ਼ਾ ਜਦੋਂ ਕਪੂਰਥਲੇ ਤੋਂ ਆਉਂਦੇ ਸਨ, ਜਿਹੜਾ ਜਲੰਧਰ ਦਾ ਰੋਜ਼ਾਨਾ ਸਫ਼ਰ ਹੁੰਦਾ ਸੀ ਉਹਨਾਂ ਦਾ, ਹਮੇਸ਼ਾ ਕੋਈ ਨਾ ਕੋਈ ਲਿਟਰੇਚਰ ਦੀ ਬਹੁਤ ਅੱਛੀ ਕਿਤਾਬ ਉਹਨਾਂ ਦੇ ਹੱਥ ਵਿੱਚ ਹੁੰਦੀ ਸੀ। ਤਾਂ ਉਹਨਾਂ ਹਮੇਸ਼ਾ ਕੋਈ ਨਾ ਕੋਈ ਕਿਤਾਬ ਹਫ਼ਤੇ 10 ਦੇ ਵਿੱਚ ਪੂਰੇ ਸਫ਼ਰ ਦੇ ਦੌਰਾਨ ਜਿਹੜੇ ਉਹ ਮੁਕਾ ਦਿੰਦੇ ਸਨ। ਇੱਦਾਂ ਦੇ ਪੱਤਰਕਾਰ ਹਾਲਾਂਕਿ ਪੜ੍ਹਦੇ ਲਿਖਦੇ ਹੋਰ ਵੀ ਬਹੁਤ ਸਾਰੇ ਨੇ। ਸੋ ਉਹਨਾਂ ਦੀ ਇੱਕ ਜਿਗਿਆਸਾ ਸੀ ਲਿਟਰੇਚਰ ਨੂੰ ਪੜ੍ਹਨ ਦੀ, ਇਸੇ ਕਰਕੇ ਸ਼ਾਇਦ ਡੂੰਘਾਈ ਵੀ ਉਹਨਾਂ ਦੇ ਵਿੱਚ ਸੀ, ਜਿਹੜੀ ਪੱਤਰਕਾਰੀ ਦੇ ਉਹਨਾਂ ਦੀਆਂ ਜਿਹੜੀਆਂ ਫਿਰ ਜਿਹੜੀ ਉਹਨਾਂ ਨੇ ਵਰਤੋਂ ਕੀਤੀ। ਕਪੂਰਥਲੇ ਰਹਿੰਦੇ ਹੁੰਦੇ ਸਨ, ਇੱਥੇ ਨਵੇਂ ਜ਼ਮਾਨੇ ਦੇ ਵਿੱਚ ਕੰਮ ਕਰਦੇ। ਨਵੇਂ ਜ਼ਮਾਨੇ 'ਚ ਕੰਮ ਕਰਨ ਦਾ ਢੰਗ ਵੀ ਬੜਾ ਕਮਾਲ ਦਾ ਸੀਗਾ। ਜ਼ੀਰਵੀ ਸਾਹਿਬ ਹਾਲਾਂਕਿ ਐਡੀਟਰ ਤੇ ਸਨ, ਸੋਹਣ ਸਿੰਘ ਜੋਸ਼ ਹੁੰਦੇ ਸੀ ਪਹਿਲੋਂ, ਫਿਰ ਆਨੰਦ ਸਾਹਿਬ, ਤੇ ਜ਼ੀਰਵੀ ਸਾਹਿਬ ਐਕਚੁਅਲੀ ਹੀ ਵਾਸ ਦੀ ਸੈਂਟਰਲ ਫਿਗਰ। ਜਿਹੜੀ ਵੀ ਸ਼ੇਪ ਹੈ ਨਾ ਨਵੇਂ ਜ਼ਮਾਨੇ ਦੀ, ਉਹਦੀ ਸ਼ਬਦਾਵਲੀ ਔਰ ਜਿਵੇਂ ਨਿਊਜ਼ ਨੂੰ ਕੰਸਟਰਕਟ ਕਰਨਾ, ਜਿਵੇਂ ਇੱਕ ਵਾਕ ਬਣਾਉਣਾ, ਇਹਦੀ ਜਿਹੜੀ ਵਾਕ ਬਣਾਉਣ ਦੀ ਫੁਰਤੀ ਹੈ ਉਹ ਦੈਟ ਇਜ਼ ਰਿਮਾਰਕੇਬਲ। ਬਹੁਤ ਬਹੁਤ ਵਧੀਆ ਔਰ ਤਿੱਖਾ
ਵਾਕ ਬਣਾਉਂਦੇ ਨੇ। ਤੇ ਮੈਨੂੰ ਯਾਦ ਹੈ ਵੀ ਨਾਲੇ ਤਾਂ ਇਹਨਾਂ ਨੇ ਟੀਚਰਾਂ ਕਰੀ ਜਾਣੀਆਂ, ਸਾਰੇ ਚੇਲੇ ਚਾਂਟ ਕੇ ਬੈਠੇ ਨੇ, ਤਾਂ ਟੈਲੀਪ੍ਰਿੰਟਰ ਦੇ ਉੱਤੇ ਖਬਰ ਆਈ ਹੈ ਤੇ ਉਸੇ ਵੇਲੇ ਖਬਰ ਦੇ ਨਾਲ ਕੁਝ ਨਾ ਕੁਝ ਜੋੜ ਕੇ ਲੋਕਾਂ ਨੂੰ ਹਸਾ ਦੇਣਾ। ਔਰ ਨਾਲੇ ਆਫਟਰ ਆਲ ਇੱਕ ਡੈਡਲਾਈਨ ਹੁੰਦੀ ਹੈ, ਤੁਸੀਂ ਸ਼ਾਮ ਤੱਕ ਸਾਰਾ ਅਖਬਾਰ ਛਾਪਣਾ ਹੈਗਾ, ਪਰ ਬੜਾ ਰਿਲੈਕਸਡ। ਔਰ ਉਸ ਰਿਲੈਕਸ ਤਰੀਕੇ ਤੇ ਕੰਮ ਕਰਨ ਨੇ ਜਿਹੜੇ ਬਾਕੀ ਬੈਠੇ ਨੇ ਆਦਮੀ, ਉਹਨਾਂ 'ਚ ਕੋਈ ਟੈਨਸ਼ਨ ਨਹੀਂ ਟਾਈਮ ਦੀ ਕਿ ਹਾਲਾ ਇੰਨਾ ਟਾਈਮ ਥੋੜ੍ਹਾ ਰਹਿ ਗਿਆ, ਅਖਬਾਰ ਨੇ ਹੁਣੇ ਛਪਣਾ ਹੈਗਾ। ਰਿਲੈਕਸਡ। ਔਰ ਹਸਾਨ ਤੋਂ ਬਾਅਦ ਉਹਨੇ ਖਬਰ ਬਣਾਉਣੀ ਹੈ ਤੇ ਪਰਚੀਆਂ ਕੱਟ ਕੇ ਰੱਖੀਆਂ ਹੋਈਆਂ ਕਾਗਜ਼, ਜੇ ਉਹ ਫੁੱਲ ਸਕੈਪ ਕਾਗਜ਼ ਹੈ ਤਾਂ ਉਹਨੂੰ 3 ਹਿੱਸਿਆਂ ਵਿੱਚ 4 ਹਿੱਸਿਆਂ 'ਚ ਵੰਡਿਆ ਹੋਇਆ। ਕਾਗਜ਼ ਦੇ ਉੱਤੇ ਖਬਰ ਬਣਾਈ, ਹੈਡਲਾਈਨ ਦਿੱਤੀ ਤੇ ਚੁੱਕ ਕੇ ਐਦਾਂ ਉਹਨਾਂ ਦੀ ਕੁਰਸੀ ਦੇ ਨਾਲ ਥੱਲੇ ਛੱਤ ਦੇ ਵਿੱਚ ਮਘੋਰਾ ਹੁੰਦਾ ਸੀ। ਥੱਲੇ ਉਹ ਆਦਮੀ ਜਿਹੜੇ ਉਹ ਪ੍ਰਿੰਟ ਦੇ ਸ਼ਬਦ ਨੇ ਉਹਨੂੰ ਮੈਨੂਅਲੀ ਜੋੜਦੇ ਸਨ। ਇੱਕ ਪਰਚੀ ਉੱਥੋਂ ਡਿੱਗੀ ਹੈ, ਉਹ ਪਰਚੀ ਉਹਨੇ ਫੜੀ, ਉਹ ਬੀੜ ਨਾਲ ਸ਼ੁਰੂ ਕਰਤਾ। ਜਾਂ ਇੱਕ ਥੱਲੇ ਟੋਕਰੀ ਟੰਗੀ ਹੋਈ ਹੈ, ਉਹ ਟੋਕਰੀ ਵਿੱਚ ਪਰਚੀਆਂ 4 ਪਾਈਆਂ, ਉਹ ਟੋਕਰੀ ਥੱਲੇ ਗਈ ਰੱਸੀ ਬੰਨੀ ਹੋਈ ਹੈ, ਉਹਨਾਂ ਨੇ ਆਪਣਾ ਜੋੜਨਾ। ਬੜਾ ਹਾਸਾ ਵੀ ਆਉਂਦਾ ਸੀ ਵੀ ਇਹ ਵੀ ਪੁਰਾਣੀ ਜੀ ਬਿਲਡਿੰਗ ਹੁੰਦੀ ਸੀ। ਔਰ ਜਦੋਂ ਕਿਤੇ ਹਵਾਈ ਜਹਾਜ਼ ਨੇ ਲੰਘਣਾ ਤੇ ਥਰ ਕੰਬਦੀ ਹੁੰਦੀ ਸੀ, ਸਾਨੂੰ ਡਰ ਲੱਗਦਾ ਸੀ ਵੀ ਟੱਟ ਨਾ ਜਾ। ਪਹਿਲਾ ਸੰਪਰਕ ਸੀ ਉਹ ਨਵੇਂ ਜ਼ਮਾਨੇ ਦੇ ਟੇਬਲ ਤੇ ਹੋਇਆ, ਜਦੋਂ ਮੈਂ ਇੱਕ ਸਿਖਲਾਈ ਲੈਣ ਵਾਲੇ ਜਗਿਆਸੂ ਦੀ ਵਾਂਗ ਪੱਤਰਕਾਰਤਾ ਦੀ ਨਵੇਂ ਜ਼ਮਾਨੇ ਦੀਆਂ ਪੌੜੀਆਂ ਚੜ੍ਹਿਆ ਤਾਂ ਮੈਂ ਪਹਿਲੀ ਵਾਰ ਉਹਨਾਂ ਦੇ ਦਰਸ਼ਨ ਕੀਤੇ ਸੀ। ਸੋ ਉਦੋਂ ਤੋਂ ਲੈ ਕੇ ਤਕਰੀਬਨ 8-10 ਮਹੀਨੇ ਉਹ ਰਹੇ ਜਦੋਂ ਮੈਂ ਉਹਨਾਂ ਨੂੰ ਅਬਜ਼ਰਵ ਕੀਤਾ ਨੇੜਿਓਂ। ਸੋ ਉਹਨਾਂ ਦਾ ਜਿਹੜਾ ਸਟਾਈਲ ਸੀ ਕੰਮ ਕਰਨ ਦਾ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਡੇਲੀ ਅਖਬਾਰ ਹੈ ਉਸ ਦੇ ਵਿੱਚ ਕਿੰਨਾ ਜਿਹੜਾ ਉਹਦੀ ਰਫ਼ਤਾਰ ਹੈ ਕੰਮ ਦੀ, ਉਹ ਬਹੁਤ ਹੀ ਜ਼ਿਆਦਾ ਹੁੰਦੀ ਹੈ। ਖਾਸ ਤੌਰ ਦੇ ਉੱਤੇ ਸ਼ਾਮ ਨੂੰ ਜਦੋਂ ਸਫ਼ੇ ਬਣਨੇ ਹੁੰਦੇ ਨੇ ਅਖਬਾਰ ਦੇ, ਜਿਹੜੀਆਂ ਸੁਰਖੀਆਂ ਤੋਂ ਲੈ ਕੇ ਹਰ ਚੀਜ਼ ਨੇ, ਜਿਹੜਾ ਬੈੱਡ ਦੇ ਉੱਤੇ ਜਾਣਾ ਹੁੰਦਾ ਪ੍ਰੈਸ ਦੇ ਉੱਤੇ। ਸੋ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਭੁਚਾਲ ਆਇਆ ਹੋਵੇ ਕਿਸੇ ਜਗ੍ਹਾ ਦੇ ਉੱਤੇ, ਉਸ ਤਰ੍ਹਾਂ ਦਾ ਮਾਹੌਲ ਹੁੰਦਾ, ਇੰਨੀ ਤੇਜ਼ੀ ਨਾਲ ਕੰਮ ਹੋ ਰਿਹਾ ਹੁੰਦਾ। ਸੋ ਉਸ ਤੇਜ਼ੀ ਦੇ ਵਿੱਚ ਵੀ ਜਿਹੜੀ ਸਹਿਜਤਾ ਜ਼ਿਰਵੀ ਸਾਹਿਬ ਦੇ ਵਿੱਚ ਹੁੰਦੀ ਸੀ, ਜਿਹੜਾ ਉਹਨਾਂ ਦੇ ਨਾਲ ਕੰਮ ਕਰਦੇ ਮੇਰੇ ਵਰਗੇ ਜਿਹੜੇ ਹੋਰ ਉੱਥੋਂ ਸੈਂਕੜੇ ਬੰਦੇ ਬਾਅਦ ਪੱਤਰਕਾਰੀ ਦੇ ਵਿੱਚ ਅਲੱਗ-ਅਲੱਗ ਥਾਵਾਂ 'ਤੇ ਉੱਤੇ ਗਏ। ਸੋ ਇੱਕ ਤਰ੍ਹਾਂ ਨਾਲ ਕਈ ਵਾਰੀ ਕਿਆਸ ਕਰਨਾ ਵੀ ਮੁਸ਼ਕਿਲ ਲੱਗਦਾ, ਕਿਉਂਕਿ ਜਦੋਂ ਮੈਂ ਬਾਅਦ ਆਉਂਦੇ ਨੂੰ ਕੀਤਾ ਤੇ ਡੈਸਕ ਦੇ ਉੱਤੇ ਮੈਂ ਅਲੱਗ-ਅਲੱਗ ਅਖਬਾਰਾਂ ਦੇ ਕੰਮ ਦੇ ਕੀਤਾ, ਤਾਂ ਮੈਂ ਬਹੁਤ ਵੱਡੀ ਚੁਣੌਤੀ ਸਮਝਦਾ ਕਿ ਕਿਸੇ ਨੂੰ ਇੱਕ ਛੋਟਾ ਜਿਹਾ ਸਵਾਲ ਵੀ ਕੋਈ ਕਰਦਾ ਹੈ, ਕਿਉਂਕਿ ਤੁਸੀਂ ਇੰਨੇ ਬਿਜ਼ੀ ਹੁੰਦੇ ਆ ਆਪਣਾ ਕੰਮ ਕਰਨ ਦੇ ਵਿੱਚ। ਪਰ ਜ਼ਿਰਵੀ ਸਾਹਿਬ ਦੀ ਖਾਸੀਅਤ ਸੀ ਕਿ ਉਹ ਪੂਰੇ ਦੇ ਪੂਰੇ ਉਹ ਸਾਰੀ ਦੀ ਸਾਰੀ ਤੇਜ਼ੀ ਦੇ ਵਿੱਚ ਵੀ ਹਰ ਆਪਣੇ ਜਿਹੜੇ ਉਹਨਾਂ ਤੋਂ ਕੋਈ ਸਿੱਖਣ ਆਉਂਦਾ ਸੀ ਉਹਨੂੰ ਪੂਰਾ ਵਕਤ ਦਿੰਦੇ ਸਨ। ਹਰ ਬਰੀਕੀ ਤੋਂ ਲੈ ਕੇ ਹਰ ਚੀਜ਼ ਨੂੰ ਪੂਰੀ ਜਿਹੜਾ ਹੈ ਪੇਸ਼ੈਂਸ ਦੇ ਨਾਲ ਉਹ ਸਿਖਾਉਣ ਦੀ ਕੋਸ਼ਿਸ਼ ਕਰਦੇ ਸਨ। ਇੱਕ ਬਹੁਤ ਸਹਿਜ ਮਾਹੌਲ ਜਿਹੜਾ ਬਣਿਆ ਰਹਿੰਦਾ ਸੀ ਹਮੇਸ਼ਾ। ਤੇ ਉਹਨਾਂ ਦੇ ਚੁਟਕਲੇ ਬਾਰ-ਬਾਰ ਜਦੋਂ ਵੀ, ਕਿਉਂਕਿ ਟੈਨਸ਼ਨ ਵਾਲਾ ਮਾਹੌਲ ਹੁੰਦਾ ਪੰਜਾਬੀ ਅਖਬਾਰਾਂ ਦੇ ਵਿੱਚ, ਤੇ ਖਾਸ ਤੌਰ ਦੇ ਉੱਤੇ ਹਰ ਖਬਰ ਨੇ ਟਰਾਂਸਲੇਸ਼ਨ ਦੀ ਜ਼ਰੂਰਤ ਹੁੰਦੀ ਹੈ। ਸੋ ਨਾਲ ਦੀ ਨਾਲ ਜਿਹੜੇ ਹੈ PTI UNI ਦੇ ਜਿਹੜੇ ਟੈਲੀਪ੍ਰਿੰਟਰ ਹੈ ਉਹਦੇ ਉੱਤੋਂ ਖਬਰਾਂ ਆਉਂਦੀਆਂ ਰਹਿੰਦੀਆਂ ਸਨ। ਸੋ ਪਹਿਲਾ ਜਿਹੜਾ ਕੰਮ ਹੈ ਆਮ ਤੌਰ ਦੇ ਉੱਤੇ ਕਿਸੇ ਵੀ ਜਗਿਆਸੂ ਪੱਤਰਕਾਰ ਨੂੰ ਜ਼ਿਰਵੀ ਸਾਹਿਬ ਦਿੰਦੇ ਹੁੰਦੇ ਸਨ, ਉਹ ਵੀ ਬੜਾ ਇੰਟਰਸਟਿੰਗ ਐਪੀਸੋਡ ਹੈ। ਸੋ ਪਹਿਲੀ ਵਾਰੀ ਮੇਰਾ ਜਿਹੜੀ ਇੱਦਾਂ ਦਾ ਹੀ ਜਿਹੜਾ ਨਿੱਜੀ ਤਜਰਬਾ ਹੋਇਆ, ਤੇ ਜਦੋਂ ਮੈਨੂੰ ਪਹਿਲੇ ਦਿਨ ਉਹਨਾਂ ਨੇ ਜਿਹੜਾ ਕੰਮ ਦਿੱਤਾ, ਉਹਨਾਂ ਨੇ ਕਿਹਾ ਕਿ ਆ ਮਸ਼ੀਨ ਲੈ ਲਓ ਤੇ ਟੈਲੀਪ੍ਰਿੰਟਰ ਦੇ ਵਿੱਚ ਜਿਹੜੀਆਂ ਖਬਰਾਂ ਦਾ ਰੋਲ ਪ੍ਰਿੰਟ ਹੋ ਕੇ ਆ ਰਿਹਾ, ਸੋ ਉਹਨੂੰ ਖਬਰਾਂ ਨੂੰ ਅਲੱਗ-ਅਲੱਗ ਕੱਟ ਕੇ ਤੁਸੀਂ ਦਿਓ। ਤੇ ਮੈਂ ਮਸ਼ੀਨ ਲੱਭਣ ਲੱਗਿਆ ਆਲੇ ਦੁਆਲੇ, ਤੇ ਮੈਨੂੰ ਮਸ਼ੀਨ ਕੋਈ ਦਿਖਾਈ ਨਹੀਂ ਦਿੱਤੀ। ਤੇ ਮੈਂ ਜ਼ਿਰਵੀ ਸਾਹਿਬ ਨੂੰ ਪੁੱਛਿਆ ਕਿ ਕਿਹੜੀ ਮਸ਼ੀਨ, ਤਾਂ ਉਹਨਾਂ ਨੇ ਮੈਨੂੰ ਜਿਹੜਾ ਉੱਥੇ ਇੱਕ ਸਕੇਲ ਪਿਆ ਹੋਇਆ ਸੀ, ਫੁੱਟਾ ਪਿਆ ਹੋਇਆ ਸੀ, ਉਹ ਫੜਾ ਕੇ ਕਿਹਾ ਕਿ ਇਹ ਸਿੰਗਲ ਪੁਰਜਾ ਮਸ਼ੀਨ ਹੈ, ਇਹਨੂੰ ਵਰਤ ਕੇ ਤੁਸੀਂ ਇਹ ਕੱਟਣੀ ਹੈ। ਤਾਂ ਮੈਨੂੰ ਹਾਸਾ ਵੀ ਆਇਆ ਤੇ ਨਾਲ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਸੀ ਕਿ ਕਿਸ ਤਰ੍ਹਾਂ ਬਹੁਤ ਟੈਨਸ਼ਨ ਵਾਲੇ ਮਾਹੌਲ ਦੇ ਵਿੱਚ ਇੱਦਾਂ ਦੀਆਂ ਹਲਕੀਆਂ ਫੁਲਕੀਆਂ ਗੱਲਾਂ, ਜਿਨ੍ਹਾਂ ਦੇ ਬਹੁਤ ਮੀਨਿੰਗ ਵੀ ਹੁੰਦੇ ਸਨ, ਤੁਹਾਡੇ ਪੇਸ਼ੇ ਨਾਲ ਜੁੜੀਆਂ ਬਹੁਤ ਬਰੀਕੀਆਂ ਵੀ ਨਾਲ ਦੀ ਨਾਲ ਹੁੰਦੀਆਂ ਸਨ, ਬੜੇ ਸਹਿਜ ਤਰੀਕੇ ਨਾਲ ਉਹ ਇਸ ਤਰ੍ਹਾਂ ਜਿਹੜਾ ਹੈ ਸਿਖਾਉਂਦੇ ਸਨ। ਫਰਕ ਤਾਂ ਮੇਰਾ ਜਦੋਂ ਸੈਂਟਰਲ ਟਾਊਨ ਰਹਿੰਦੇ ਹੁੰਦੇ ਸੀ, ਸ਼ਾਦੀ ਹੋਈ ਉਹਨਾਂ ਦੀ, ਉਦੋਂ ਤੋਂ ਸੀ। ਪਰ ਬਾਅਦ 'ਚ ਜ਼ਿਆਦਾ ਤਾਲਮੇਲ ਹੋਇਆ ਜਦੋਂ ਨਵੇਂ ਜ਼ਮਾਨੇ ਅਖਬਾਰ 'ਚ ਮੈਂ 78 'ਚ ਕੰਮ ਕਰਨਾ ਸ਼ੁਰੂ ਕੀਤਾ। ਉਦੋਂ ਸੰਪਾਦਕ ਸਨ ਨਵੇਂ ਜ਼ਮਾਨੇ ਦੇ, ਅਤੇ ਉਹਨਾਂ ਕੋਲੋਂ ਹੀ ਮੈਂ
ਆਇਆ ਤੇ ਮੈਂ ਉਸ ਨਵੇਂ ਜ਼ਮਾਨੇ 'ਚ ਕਲਰਕ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ ਸੀ। ਪਰ ਜ਼ੀਰਵੀ ਸਾਹਿਬ ਨੇ ਕਿਹਾ ਵੀ ਤੁਹਾਨੂੰ ਲਿਖਣ ਵਾਲੇ ਪਾਸੇ ਆਉਣਾ ਚਾਹੀਦਾ ਅਤੇ ਮੈਨੂੰ ਪੰਜਾਬੀ ਨਹੀਂ ਸੀ ਆਉਂਦੀ, ਉਰਦੂ, ਹਿੰਦੀ, ਅੰਗਰੇਜ਼ੀ ਤਾਂ ਆਉਂਦੀ ਸੀ। ਅਤੇ ਉਹਨੇ ਕਿਹਾ ਤੂੰ ਲਿਖਣਾ ਸ਼ੁਰੂ ਕਰ, ਕੋਈ ਗੱਲ ਨਹੀਂ। ਅਤੇ ਮੈਂ ਕਾਇਦਾ ਰੱਖ ਕੇ ਲਿਖਣਾ ਸ਼ੁਰੂ ਕੀਤਾ। ਅਤੇ ਉਹਨਾਂ ਨੇ ਫਿਰ ਦੁਰਸਤੀ ਕਰਨੀ, ਦੱਸਣਾ ਮੈਨੂੰ, ਅਤੇ ਉਹਨਾਂ ਦੇ ਜ਼ੇਰੇ ਸਾਇਆ ਮੈਂ ਪ੍ਰਵਾਨ ਚੜ੍ਹਿਆ। ਅਤੇ ਇਸ ਫਰਾਖ ਦਿਲ ਸਨ, ਹਰ ਆਦਮੀ ਨੂੰ ਜਿਹੜਾ ਵੀ ਉਹਨਾਂ ਦੇ ਨੇੜੇ ਜਾਂਦਾ ਸੀ ਉਹਨੂੰ ਸਿਖਾਉਂਦੇ ਸਨ ਬੜੇ ਪਿਆਰ ਨਾਲ। ਮਤਲਬ ਜਿੰਨੇ ਵੀ ਆਦਮੀ ਉਹਨਾਂ ਕੋਲ ਗਏ ਉਹਨਾਂ ਸਾਰੇ ਸਿੱਖ ਕੇ ਚੰਗੀਆਂ ਚੰਗੀਆਂ ਥਾਵਾਂ 'ਤੇ ਪਹੁੰਚੇ, ਅਖਬਾਰਾਂ ਵਿੱਚ ਗਏ, ਟ੍ਰਿਬਿਊਨ 'ਚ, ਹੋਰ ਜਿਹੜੇ ਸੀ। ਮਤਲਬ ਉਹਨਾਂ ਜਰਨਲਿਸਟਾਂ ਦੀ ਇੱਕ ਪੌਦ ਤਿਆਰ ਕੀਤੀ, ਪੰਜਾਬੀ ਜਰਨਲਿਸਟਾਂ ਦੀ, ਜਿਹੜੀ ਆਪਣੇ ਆਪਣੀ ਥਾਂ 'ਤੇ ਜਿਹਨਾਂ ਨੇ ਜਾ ਕੇ ਅਹਿਮ ਪਦਵੀਆਂ 'ਤੇ ਰਹੇ, ਕਾਰੋਬਾਰ ਕੰਮ ਕੀਤਾ ਆਪਣਾ। ਅਤੇ ਬੜੀ ਐਸੀ ਸ਼ਖਸੀਅਤ ਸੀ ਜਿਹੜੇ ਹਰ ਆਦਮੀ ਨੂੰ ਮਤਲਬ ਵਧਣ ਦਾ ਮੌਕਾ ਪ੍ਰਦਾਨ ਕਰਦੇ ਸੀ ਅਤੇ ਉਹਨੂੰ ਹੌਸਲਾ ਅਫਜ਼ਾਈ ਕਰਦੇ ਸੀ, ਨਿਰਾਸ਼ ਨਹੀਂ ਸੀ ਕਰਦੇ। ਦੂਜਾ ਉਹਨਾਂ ਦਾ ਸੀਗਾ ਉਹਨਾਂ ਨੂੰ ਸ਼ਾਇਰੀ ਦਾ ਸ਼ੌਕ। ਐਕਚੁਅਲੀ ਉਹਦੀ ਜਿਹੜੀ ਵਰਸ ਹੈ ਨਾ, ਵਾਰਤਕ, ਉਹ ਵਾਰਤਕ ਵੀ ਪੋਇਟਰੀ ਹੈ। ਯਾਨੀ ਬਹੁਤ ਹੀ ਪਤੇ ਦੀ ਗਹਿਰੀ ਗੱਲ, ਲੇਕਿਨ ਬੜੇ ਸਿੱਧੇ ਜਿਹੇ ਤਰੀਕੇ ਨਾਲ। ਇਹ ਉਹਨਾਂ ਦੀ ਕਾਬਲੀਅਤ ਬਹੁਤ ਜ਼ਬਰਦਸਤ ਸੀ ਇਸ ਤਰੀਕੇ ਦੀ। ਅਤੇ ਆਪਣੀ ਉਹਨਾਂ ਦੀ ਇੰਨੀ ਸੀ ਵੀ ਜਿਸਲੇ ਖਬਰ ਪਹਿਲੇ ਟੈਲੀਪ੍ਰਿੰਟਰ 'ਤੇ ਆਉਂਦੀ ਸੀ ਅਤੇ ਟੈਲੀਪ੍ਰਿੰਟਰ 'ਤੇ ਉਹਨਾਂ ਨੇ ਖਬਰ ਇੱਦਾਂ ਰੱਖ ਲੈਣੀ, ਇੱਕ ਵਾਰੀ ਦੇਖਣੀ ਅਤੇ ਜ਼ੁਬਾਨੀ ਲਿਖਾ ਦੇਣੀ। ਅਤੇ ਉਹਦੇ 'ਚ ਬੜੀ ਕੋਈ ਲਫ਼ਜ਼ ਮਿਸਿੰਗ ਨਹੀਂ ਸੀ ਹੁੰਦਾ। ਔਰ ਫਿਰ ਹੈਡਲਾਈਨ ਜਿਹੜੀਆਂ ਬਣਾਉਣੀਆਂ ਉਹ ਮਤਲਬ ਸਾਰੇ ਮਤਲਬ ਵੀ ਜਿੰਨੀਆਂ ਵੀ ਪੰਜਾਬੀ ਦੀਆਂ ਅਖਬਾਰਾਂ ਨੇ ਉਹਨਾਂ 'ਚੋਂ ਟੌਪ 'ਚ ਹੁੰਦੀ ਸੀ। ਉਹ 1 ਮਿੰਟ 'ਚ ਬਣਾ ਦੇਣੀ ਉਹਨਾਂ ਨੇ। ਅਤੇ ਖਬਰ ਜਿਹੜੀ ਆ ਉਹ ਜਿਸਲੇ ਫੜ ਲਈ ਅਤੇ 2-4 ਸਫ਼ੇ ਐਟ ਏ ਟਾਈਮ ਲਿਖਵਾ ਦੇਣੇ, ਆਪ ਲਿਖਣੇ ਜਾਂ ਕਿਸੇ ਕੋਲ ਲਿਖਵਾ ਦੇਣੇ। ਪੰਜਾਬੀ ਪੱਤਰਕਾਰੀ ਜਿਹੜੀ ਹੈ ਹਾਲੇ, ਕਿਉਂਕਿ ਜਦੋਂ ਜ਼ੀਰਵੀ ਸਾਹਿਬ ਨੇ ਕੰਮ ਸ਼ੁਰੂ ਕੀਤਾ ਉਦੋਂ ਮੁੱਢਲਾ ਦੌਰ ਸੀ, ਬਹੁਤ ਹੀ ਮੁੱਢਲਾ ਦੌਰ ਸੀ, ਕਿਉਂਕਿ ਉਦੋਂ ਸਾਧੂ ਸਿੰਘ ਹਮਦਰਦ ਜਾਂ ਅਕਾਲੀ ਪੱਤਰਕਾਰ 2-3 ਅਖਬਾਰ ਹੀ ਹਲੇ ਸ਼ੁਰੂ ਹੋਏ ਸੀ ਪੰਜਾਬੀ ਪੱਤਰਕਾਰੀ ਦੇ ਵਿੱਚ। ਸੋ ਸਿਖਲਾਈ ਜ਼ਾਬਤਾ ਜਿਹੜੇ ਪੱਤਰਕਾਰ ਵੀ ਨਹੀਂ ਸਨ। ਸੋ ਪੰਜਾਬੀ ਭਾਸ਼ਾ ਵੀ ਪੱਤਰਕਾਰੀ ਦੇ ਜਿਹੜੇ ਸੰਦਰਭ ਦੇ ਵਿੱਚ ਉਹ ਡਿਵੈਲਪ ਹੋਣੀ ਸ਼ੁਰੂ ਹੋਈ ਸੀ। ਨਵੇਂ ਜਿਹੜੇ ਤਜਰਬੇ ਜਿਹੜੇ ਆ ਹੋ ਰਹੇ ਸੀ ਵੱਖ-ਵੱਖ ਲੈਵਲ ਦੇ ਉੱਤੇ। ਸੋ ਜਿਹੜਾ ਨਵਾਂ ਜ਼ਮਾਨਾ, ਉਹਦੀਆਂ ਸੁਰਖੀਆਂ ਜ਼ੀਰਵੀ ਸਾਹਿਬ ਅਕਸਰ ਜਿਹੜਾ ਫਰੰਟ ਪੇਜ ਅਤੇ ਬੈਕ ਪੇਜ ਹੈ, ਮੇਨ ਸੁਰਖੀਆਂ ਉਹ ਜ਼ੀਰਵੀ ਸਾਹਿਬ ਆਪ ਕੱਢਦੇ ਸਨ। ਸੋ ਪੂਰੇ ਉਦੋਂ ਦੇ ਜਿਹੜੇ ਸਾਰੇ ਅਖਬਾਰ ਸੀ, ਲੋਹਾ ਮੰਨਿਆ ਜਾਂਦਾ ਸੀ ਕਿ ਉਹਨਾਂ ਦੀ ਜਿਹੜੀ ਬਾਕ ਬਣਤਰ ਹੈ, ਨਵੇਂ ਸ਼ਬਦ ਜਿਹੜੇ ਪੇਂਡੂ ਸੱਭਿਆਚਾਰ 'ਚੋਂ ਚੁੱਕ ਕੇ ਉਹਨਾਂ ਨੇ ਫਿਰ ਉਹਨੂੰ ਇੱਕ ਵੱਖਰੇ ਪੱਧਰ ਦੇ ਉੱਤੇ ਜਿਸ ਤਰ੍ਹਾਂ ਪੇਸ਼ ਕਰਦੇ ਸਨ। ਸੁਰਖੀਆਂ ਦੀ ਜਿਹੜੀ ਹੈ, ਬੰਦੇ ਨੂੰ ਸੁਰਖੀ ਪੜ੍ਹ ਕੇ ਹੀ ਪੂਰੀ ਜਿਹੜੀ ਹੈ ਖਬਰ ਦਾ ਸਵਾਦ ਆ ਜਾਂਦਾ ਸੀ। ਸੋ ਇਸ ਮਾਮਲੇ ਦੇ ਵਿੱਚ ਜ਼ੀਰਵੀ ਸਾਹਿਬ ਵਰਗੀ ਸੁਰਖੀ ਕੱਢਣ ਵਾਲਾ ਪੰਜਾਬੀ ਪੱਤਰਕਾਰੀ ਦੇ ਵਿੱਚ ਹਲੇ ਤੱਕ ਵੀ ਉਸ ਲੈਵਲ ਦਾ ਕੋਈ ਬੰਦਾ ਦੁਬਾਰਾ ਤੋਂ ਪੈਦਾ ਨਹੀਂ ਹੋਇਆ, ਕਿਉਂਕਿ ਉਸ ਤਰ੍ਹਾਂ ਦੇ ਉਸ ਡੂੰਘਾਈ ਨਾਲ ਭਾਸ਼ਾ ਨੂੰ ਸਮਝਣ ਵਾਲੇ ਬੰਦੇ ਜਿਹੜੇ, ਅਤੇ ਫਿਰ ਸਹੀ ਸ਼ਬਦਾਂ ਨੂੰ ਚੁਣ ਕੇ ਉਸ ਖਬਰ ਦੇ ਵਿੱਚ, ਕਿਉਂਕਿ ਖਬਰਾਂ ਜ਼ਿਆਦਾਤਰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਹੁੰਦੀਆਂ ਸਨ। ਸੋ ਕਿਸੇ ਭਾਸ਼ਾ ਨੂੰ ਤੋਂ ਉਹਦਾ ਜਿਹੜਾ ਪਹਿਲੀ ਗੱਲ ਤਾਂ ਉਹ ਲੱਥਾ ਕਰਨਾ, ਫਿਰ ਸਹੀ ਸ਼ਬਦਾਂ ਨਾਲ ਸੁਰਖੀਆਂ ਨੂੰ ਜਿਹੜਾ ਹੈ। ਸੋ ਇਸ ਕਰਕੇ ਜਾਣੇ ਜਾਂਦੇ ਸਨ। ਲਗਾਤਾਰ ਹਲੇ ਤੱਕ ਵੀ ਗੱਲਾਂ ਹੁੰਦੀਆਂ ਨੇ, ਪੁਰਾਣੇ ਜਦੋਂ ਪੱਤਰਕਾਰੀ ਦੇ ਹਲਕਿਆਂ ਦੇ ਵਿੱਚ ਗੱਲਬਾਤ ਹੁੰਦੀ ਹੈ ਪੰਜਾਬੀ ਪੱਤਰ ਬਾਰੇ, ਹਲੇ ਤੱਕ ਇਹ ਗੱਲਾਂ ਕੀਤੀਆਂ ਜਾਣਗੀਆਂ। ਨਵੇਂ ਜ਼ਮਾਨੇ ਦੀਆਂ ਸੁਰਖੀਆਂ ਉਸ ਟਾਈਮ ਦੀਆਂ ਲੋਕਾਂ ਦੇ ਹਲੇ ਵੀ ਮਨਾਂ ਦੇ ਵਿੱਚ ਵਸੀਆਂ ਹੋਈਆਂ ਨੇ। ਸੋ ਨਵਾਂ ਜ਼ਮਾਨਾ ਨੇ ਜ਼ੀਰਵੀ ਸਾਹਿਬ ਦੀ ਹੀ ਖੋਜ ਸਦਕਾ ਪਹਿਲੀ ਵਾਰੀ ਪੰਜਾਬੀ ਭਾਸ਼ਾ ਨੂੰ ਜਿਹੜਾ ਹੈ ਉਹਨੂੰ ਨਵੇਂ ਉਹ ਪੱਖ ਤੋਂ ਦੇਖਣ ਦੀ ਕੋਸ਼ਿਸ਼ ਹੋਈ। ਪਹਿਲੀ ਵਾਰੀ ਜਿਹੜਾ ਡੰਡੀ ਫੁੱਲ ਸਟਾਪ ਦੇ ਤੌਰ 'ਤੇ ਵਰਤੀ ਜਾਂਦੀ ਹੈ। ਨਵਾਂ ਜ਼ਮਾਨਾ ਇੱਕੋ ਇੱਕ ਅਖਬਾਰ ਸੀ ਜਿਹੜਾ ਇੰਗਲਿਸ਼ ਦਾ ਫੁੱਲ ਸਟਾਪ ਨੂੰ ਹੀ ਡੰਡੀ ਦੇ ਤੌਰ 'ਤੇ ਵਰਤਦਾ ਸੀ। ਸੋ ਉਹ ਵੀ ਇੱਕ ਵਿਲੱਖਣਤਾ ਸੀ, ਕਿਉਂਕਿ ਜਦੋਂ ਉਸ ਤੋਂ ਬਾਅਦ ਜਿਹੜੇ ਫੌਂਟ ਵੀ ਬਣੇ ਹੈ ਉਹਨਾਂ ਦੇ ਵਿੱਚ ਜਿਹੜਾ ਹੈ ਉਹਨੂੰ ਵਰਤਿਆ ਗਿਆ। ਕੁਛ ਅਖਬਾਰ ਹਲੇ ਵੀ ਉਸ ਤਰ੍ਹਾਂ ਉਸ ਦੀ ਜਿਹੜੀ ਵਰਤੋਂ ਕਰਦੇ ਨੇ। ਸੋ ਪੰਜਾਬੀ ਭਾਸ਼ਾ ਨੂੰ ਇੱਕ ਵੱਖਰੇ ਪੱਤਰਕਾਰੀ ਦੇ ਲਹਿਜ਼ੇ ਦੇ ਵਿੱਚੋਂ ਜ਼ੀਰਵੀ ਸਾਹਿਬ ਦੀ ਜਿਹੜੀ ਬਹੁਤ ਵੱਡੀ ਦੇਣ ਹੈ ਇਸ ਮਾਮਲੇ ਦੇ ਵਿੱਚ। ਸੁਰਜਨ ਜ਼ੀਰਵੀ ਹੋਰਾਂ ਦੀ ਜਿਹੜੀ ਉਮਰ ਭਰ ਲੰਬੀ ਲੋਕ ਪੱਖੀ ਸਿਆਸਤ ਦੇ ਨਾਲ ਉਹਨਾਂ ਦੀ ਜਿਹੜੀ ਪ੍ਰਤੀਬੱਧਤਾ ਹੈ, ਉਹਨਾਂ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ। ਉਹਦੇ ਨਾਲ ਉਹਨਾਂ ਦੀ ਪੰਜਾਬੀ ਪੱਤਰਕਾਰੀ ਨੂੰ ਜਿਹੜੀ ਖਾਸ ਕਰਕੇ ਲੋਕ ਪੱਖੀ ਪੰਜਾਬੀ ਪੱਤਰਕਾਰੀ ਨੂੰ ਦੇਣ ਹੈ, ਉਹ ਵੀ ਬੜੀ ਮਹਾਨ ਹੈ। ਪਰ ਉਹ ਸਭ ਤੋਂ ਵੱਧ ਕੇ ਜਿਹੜੀ ਗੱਲ ਮੈਨੂੰ ਉਹਨਾਂ ਦੀ ਖਾਸ ਕਰਕੇ ਟੁੰਬਦੀ ਹੈ, ਉਹਨਾਂ ਦੀ ਵਾਰਤਕ ਹੈ। ਉਹ ਪੜ੍ਹਨ ਵਾਲੇ ਦੇ ਮਨ ਦੇ ਵਿੱਚ ਇੱਕ ਦਹਿਸ਼ਤ ਨਹੀਂ ਪੈਦਾ ਕਰਦੀ। ਹਾਲਾਂਕਿ ਉਹਦੇ ਜਿਹੜੇ ਮਸਲੇ ਨੇ ਜਾਂ ਉਹਦੇ ਜਿਹੜੇ ਕੌਨਸੀਕੁਐਂਸਿਸ ਨੇ ਜਿਨ੍ਹਾਂ ਬਾਰੇ ਉਹ ਗੱਲ ਕਰ ਰਹੇ ਨੇ ਉਹ ਬੜੇ ਖਤਰਨਾਕ ਔਰ ਭਿਆਨਕ ਨੇ,
ਪਰ ਉਹ ਇਸ ਸਹਿਜ ਦੇ ਨਾਲ, ਇਸ ਸਧਾਰਨਤਾ ਦੇ ਨਾਲ ਉਹਨਾਂ ਅਸਧਾਰਨ ਗੱਲਾਂ ਨੂੰ ਕਰਦੇ ਨੇ ਆਪਣੀ ਵਾਰਤਕ ਦੇ ਵਿੱਚ ਕਿ ਉਹ ਬੜੇ ਸਹਿਜ ਪੱਖ ਤੋਂ ਜਿਹੜਾ ਪਾਠਕ ਹੈ ਉਹਨੂੰ ਗ੍ਰਹਿਣ ਕਰ ਲੈਂਦਾ ਔਰ ਉਹਦੇ ਅੰਦਰ ਕੋਈ ਇੱਦਾਂ ਦੀ ਦਹਿਸ਼ਤ ਜ਼ਦਾ ਨਹੀਂ ਉਹਨੂੰ ਕਰਦੀ ਪਾਠਕ ਨੂੰ। ਇਹ ਬੜੀ ਇੱਕ ਉਹਨਾਂ ਦੀ ਵਾਰਤਕ ਦੀ ਉਹਨੂੰ ਵਿਲੱਖਣ ਗੱਲ ਲੱਗਦੀ ਹੈ। ਔਰ ਉਹਨਾਂ ਦੀ ਸ਼ਬਦਾਵਲੀ, ਭਾਸ਼ਾ ਔਰ ਜਿਹੜਾ ਉਹਦਾ ਕੰਟੈਂਟ ਹੈ ਖਾਸ ਕਰਕੇ ਉਹ ਅੰਤਰਰਾਸ਼ਟਰੀ ਪੱਧਰ 'ਤੇ ਮਨੁੱਖ ਦੀ ਜਿਹੜੀ ਹੋਣੀ ਹੈ ਔਰ ਉਹਦੀ ਜਿਹੜੀ ਦਿਸ਼ਾ ਹੈ, ਉਹਦੀ ਜਿਹੜੀ ਦਸ਼ਾ ਹੈ, ਉਹਦੇ ਬਾਰੇ ਸਾਨੂੰ ਬਹੁਤ ਹੀ ਅੱਛੇ ਤਰ੍ਹਾਂ ਦੇ ਨਾਲ ਅਵੇਅਰ ਵੀ ਕਰਦੀ ਹੈ ਔਰ ਉਹਨੂੰ ਬਦਲਣ ਵਾਸਤੇ ਸਾਨੂੰ ਜਾਗਰੂਕ ਵੀ ਕਰਦੀ ਹੈ। ਸੁਰਜਨ ਜ਼ੀਰਵੀ, ਜਿਨ੍ਹਾਂ ਦਾ ਨਾਮ ਵੱਡੇ ਸਤਿਕਾਰ ਨਾਲ, ਪਿਆਰ ਨਾਲ ਉਹਨਾਂ ਨੂੰ ਸੁਰਜਨ ਜ਼ੀਰਵੀ ਨਾਲ ਜਾਣਦੇ ਨੇ, ਪਰ ਮੇਰੀ ਜਿਹੜੀ ਇੱਕ ਦੌਰ ਦੇ 1970 ਤੋਂ ਲੈ ਕੇ ਜਿਹੜੇ ਪੰਜਾਬ ਦਾ ਮੈਂ ਦਾਅਵੇ ਨਾਲ ਕਹਿ ਸਕਦਾ ਕੋਈ ਵੀ ਇਹੋ ਜਿਹਾ ਪੱਤਰਕਾਰ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਛੋਟੇ ਤੋਂ ਲੈ ਕੇ ਵੱਡਾ ਜਾਂ ਕਿਸ ਤਰ੍ਹਾਂ ਦਾ ਵੀ, ਜਿਹਦੇ ਉੱਤੇ ਜ਼ੀਰਵੀ ਦੀ ਛਾਪ ਨਹੀਂ, ਸਾਡੇ ਵਾਸਤੇ ਉਹ ਜ਼ੀਰਵੀ ਸਾਹਿਬ ਜਿਹੜੇ ਹੈ ਨੇ ਅੱਜ ਵੀ ਸਾਡੇ ਦਿਲਾਂ ਮਨਾਂ ਦੇ ਵਿੱਚ ਉਹਨਾਂ ਦੀ ਇੱਕ ਉਹ ਸ਼ਖਸੀਅਤ ਮਿਕਨਾਤੀਸੀ ਖਿੱਚ ਵਾਲੀ, ਜਿਨ੍ਹਾਂ ਦਾ ਨਾਂ ਜ਼ਿਹਨ 'ਚ ਆਉਂਦਿਆਂ ਹੀ ਦਿਮਾਗ ਤਰੋ-ਤਾਜ਼ਾ ਹੋ ਜਾਂਦਾ, ਤਬੀਅਤ ਖਿੜ ਜਾਂਦੀ ਹੈ। ਔਰ ਜ਼ੀਰਵੀ ਦੇ ਨਾਲ ਬਿਤਾਇਆ ਇੱਕ ਇੱਕ ਪਲ ਸਾਡੀਆਂ ਯਾਦਾਂ 'ਚ ਹਮੇਸ਼ਾ ਤਾਜ਼ਾ ਰਹਿੰਦਾ। ਜ਼ੀਰਵੀ ਇੱਕ ਇਹੋ ਜਿਹੀ ਸ਼ਖਸੀਅਤ ਸਨ। ਨਿਊਜ਼ ਟੇਬਲ 'ਤੇ ਮੈਂ ਉਹਨਾਂ ਦੇ ਨਾਲ 1970-71 ਦੇ ਵਿੱਚ ਜਦੋਂ ਮੈਂ ਖਾਲਸਾ ਕਾਲਜ 'ਚ ਪੜ੍ਹਦਾ ਸੀ ਅਤੇ ਕਾਲਜੋਂ ਵਿਹਲੇ ਹੋ ਕੇ ਕਈ ਵਾਰੀ ਜਾ ਬੈਠਣਾ ਵੈਸੇ, ਪਰ 72-73 ਤੋਂ ਬਾਅਦ ਮੈਂ ਫਿਰ ਲਗਾਤਾਰ ਨਿਊਜ਼ ਟੇਬਲ ਉਹਨਾਂ ਦੇ ਨਾਲ ਜੁਆਇਨ ਕਰ ਲਿਆ। ਜ਼ੀਰਵੀ ਸਾਹਿਬ ਵੀ ਨਵਾਂ ਜ਼ਮਾਨਾ ਦੇ ਵਿੱਚ ਹੀ ਪਿਛਲੇ ਪਾਸੇ ਇੱਕ ਛੋਟੀ ਜਿਹੀ ਲੱਕੜ ਦੀਆਂ ਪੇਟੀਆਂ ਰੱਖ ਕੇ ਪਾਰਟੀਸ਼ਨ ਬਣਾਇਆ ਹੁੰਦਾ ਸੀ, ਉਹਦੇ ਵਿੱਚ ਰਹਿੰਦੇ ਸਨ ਅਤੇ ਮੈਂ ਵੀ ਨਿਊਜ਼ ਟੇਬਲ 'ਤੇ ਰਾਤ ਨੂੰ ਸੌਂ ਜਾਣਾ ਅਤੇ ਦਿਨੇ ਸਾਰਿਆਂ ਨੇ ਇਕੱਠੇ ਰਹਿਣਾ। ਔਰ ਅਸੀਂ 1978 ਤੱਕ ਮੈਂ ਜ਼ੀਰਵੀ ਸਾਹਿਬ ਨਾਲ ਲਗਾਤਾਰ ਕੰਮ ਕੀਤਾ। 79 ਦਾ ਸਾਲ ਮੈਂ ਜਰਮਨੀ ਚਲਾ ਗਿਆ ਅਤੇ 80 'ਚ ਫਿਰ ਵਾਪਸ ਆ ਗਿਆ ਅਤੇ ਫਿਰ ਉਸੇ ਤਰ੍ਹਾਂ ਜ਼ਿੰਦਗੀ ਜ਼ੀਰਵੀ ਸਾਹਿਬ ਦੇ ਨਾਲ ਸ਼ੁਰੂ ਹੋ ਗਈ। ਉਹਨਾਂ ਦਿਨਾਂ 'ਚ ਜ਼ੀਰਵੀ ਸਾਹਿਬ ਆਪਣੀ ਰਿਹਾਇਸ਼ ਬਦਲ ਕੇ ਕਪੂਰਥਲਾ ਲੈ ਕੇ ਸਾਨੂੰ ਡੇਲੀ ਟ੍ਰੇਨ 'ਤੇ ਅਪ ਡਾਊਨ ਕਰਦੇ ਸੀ। ਫਿਰ ਵੀ ਸਾਡੀ ਹਰ ਸ਼ਾਮ ਪਹਿਲਾਂ ਦੀ ਤਰ੍ਹਾਂ ਜਦੋਂ ਅਸੀਂ ਅਖਬਾਰ ਦਾ ਕੰਮ ਮੁਕਾ ਕੇ ਅਤੇ ਅਸੀਂ ਯਾਰਾਂ ਮਿੱਤਰਾਂ ਨੇ ਇਕੱਠੇ ਹੋ ਕੇ ਜ਼ੀਰਵੀ ਸਾਹਿਬ ਦੇ ਨਾਲ ਨਵਾਂ ਜ਼ਮਾਨਾ ਦੀ ਛੱਤ 'ਤੇ ਬੈਠ ਕੇ ਫਿਰ ਜ਼ੀਰਵੀ ਸਾਹਿਬ ਨੇ ਗਜ਼ਲ ਜਾਂ ਕੋਈ ਉਸ ਤਰ੍ਹਾਂ ਦੇ ਸ਼ੇਰ ਸੁਣਾ ਕੇ ਅੱਜ ਵੀ ਸਾਡੇ ਕੰਨਾਂ 'ਚੋਂ ਗੂੰਜਦੇ ਨੇ। सर में सौदा भी नहीं, दिल में तमन्ना भी नहीं, सर में सौदा भी नहीं, दिल में तमन्ना भी नहीं, लेकिन इस तरके मोहब्बत का भरोसा भी नहीं, लेकिन इस तरके एक मुद्दत से तेरी याद भी आई न हमें, एक मुद्दत से तेरी याद भी आई न हमें, और हम भूल गए हों मुझे ऐसा भी नहीं। ਸ਼ੁਰੂ 'ਚ ਉਹ ਕਪੂਰਥਲੇ ਦੇ ਵਿੱਚ ਪਾਰਟੀ ਉਰਦੂ ਦਾ ਪੇਪਰ ਕਰਦੇ ਹੁੰਦੇ ਸੀ, ਨਈ ਦੁਨੀਆ ਕਪੂਰਥਲੇ ਤੋਂ, ਉਹਦੇ ਵਿੱਚ ਕੰਮ ਕਰਨ ਲੱਗੇ। ਉਸ ਤੋਂ ਪਹਿਲਾਂ ਉਹ ਸਿਵਲ ਸਪਲਾਈ ਡਿਪਾਰਟਮੈਂਟ ਗੁਰਦਾਸਪੁਰ ਦੇ ਵਿੱਚ ਕਲਰਕ ਹੁੰਦੇ ਸੀ ਅਤੇ ਉਦੋਂ ਤਾਂ ਕਲਰਕ ਜਿਹੜੇ ਆ ਬਾਅਦ ਦੇ ਵਿੱਚ DFC ਬਣ ਕੇ ਰਿਟਾਇਰ ਹੋਏ ਨੇ, ਬਹੁਤ ਤਗੜੀ ਪੋਸਟਾਂ 'ਤੇ ਰਿਟਾਇਰ ਹੋਏ ਨੇ। ਉਹ ਉਸ ਨੂੰ ਲੱਤ ਮਾਰ ਕੇ ਕਾਮਰੇਡ ਦਲੀਪ ਸਿੰਘ ਟਿੱਪੇਵਾਲਾ ਦੇ ਅਸਰ ਥੱਲੇ ਇੱਥੇ ਆ ਗਏ। ਉੱਥੋਂ ਬਾਅਦ ਜੋ ਫਿਰ ਨਵਾਂ ਜ਼ਮਾਨਾ ਇੱਥੋਂ ਨਿਕਲਣ ਲੱਗਿਆ, ਉਹ ਇੱਥੇ ਆ ਗਏ। ਉਸ ਵੇਲੇ ਇਹਨਾਂ ਨੂੰ ਵੇਜ 90 ਰੁਪਏ ਮਿਲਦੀ ਹੁੰਦੀ ਸੀ। ਦੇਸ਼ ਦਾ ਚੱਡਾ ਆਪ ਸੈਕਟਰੀ ਹੁੰਦਾ ਸੀ। ਇਹਨਾਂ ਦੇ 50-60 ਰੁਪਏ ਖਰਚ ਆਉਣੇ, ਬਾਕੀ ਵੇਜ ਇੱਕ ਦੇਸ਼ ਦਾ ਚੱਡੇ ਨੂੰ ਮੋੜਨ ਗਿਆ ਵੀ ਮੇਰਾ ਇੰਨਾ ਖਰਚਾ ਪਾਰਟੀ ਦੇ ਵਾਧੂ ਦਾ ਬੋਝ ਨਾ ਪਵੇ। ਚੱਡਾ ਨੇ ਕਿਹਾ ਕਿ ਮੇਰਾ ਬੜਾ ਤਜਰਬਾ ਮੂਰਖ ਨਾ ਰੱਖੇ, ਇਹਨੂੰ ਸੇਵ ਕਰ ਲਿਆ ਕਰ।
ਪਰ ਸੇਵ ਕਰਦਾ ਤਾਂ ਤੁਹਾਨੂੰ ਉਹਨਾਂ ਦਾ ਸੁਭਾਅ ਹੀ ਨਹੀਂ ਸੀ। ਕਲੰਦਰ ਕੇ ਕਿਥੋਂ ਰਵਈਏ ਸੇਵ ਕਰ ਸਕਦਾ। ਉਦੋਂ ਰੇਡੀਓ 'ਤੇ ਕੋਈ ਬੋਲਦਾ ਨਹੀਂ ਸੀ ਇਹਨਾਂ ਦੇ ਖਿਲਾਫ, ਅੱਤਵਾਦੀਆਂ ਦੇ ਖਿਲਾਫ। ਉਹਨਾਂ ਨੂੰ ਸੱਦ ਲੈਂਦੇ ਹੁੰਦੇ ਸੀ, ਹੋਰ ਸਾਥੀਆਂ ਨੂੰ ਸੱਦਦੇ ਹੁੰਦੇ ਸੀ। ਉਹ ਮਤਲਬ ਬੜੀ ਤਿੱਖੀ ਆਲੋਚਨਾ ਕਰਦੇ ਸੀ ਅੱਤਵਾਦ ਦੀ। ਸਾਨੂੰ ਡਰ ਵੀ ਲੱਗੇ ਰਹਿੰਦਾ ਸੀ ਵੀ ਇਹ ਕਪੂਰਥਲੇ ਗੱਡੀ 'ਤੇ ਜਾਂਦੇ ਨੇ, ਇਹਦੇ ਰਾਹ 'ਚ ਮਤਲਬ ਕੋਈ ਵਾਰਦਾਤ ਹੀ ਨਾ ਹੋ ਜੇ। ਪਰ ਬਿਲਕੁਲ ਘਬਰਾਹਟ ਨਹੀਂ ਆਈ, ਬਿਲਕੁਲ ਘਬਰਾਹਟ ਨਹੀਂ ਆਈ ਵੀ ਮਰਨਾ ਹੀ ਹੈ ਤਾਂ ਮਰ ਜੇ, ਚੰਗੇ ਕਾਸ ਲਈ ਮਰਾਂਗੇ। ਇਹ ਇਸ ਕਿਸਮ ਦੀ ਬਹਾਦਰੀ ਸੀ ਉਹਨਾਂ ਦੇ ਵਿੱਚ। ਹਰ ਮੁਸ਼ਕਿਲ ਤੋਂ ਮੁਸ਼ਕਿਲ ਗੱਲ ਨੂੰ ਉਹ ਤਮਸਖਰ ਉਡਾਉਣ ਵਾਲਾ ਹੈ, ਇੱਦਾਂ ਦੇ ਕੋਈ ਇਨਸਾਨ ਮੁਸ਼ਕਿਲ ਹੀ ਪੈਦਾ ਹੋਣਗੇ। ਜ਼ੀਰਵੀ ਸਾਹਿਬ ਇੱਕ ਇਹੋ ਜਿਹੀ ਸ਼ਖਸੀਅਤ ਸਨ ਕਿ ਸਾਡਾ ਜਿਸ ਦਿਨ ਅਸੀਂ ਕਦੀ ਬਾਹਰ ਜਾਣਾ ਪੈ ਜਾਵੇ ਜਾਂ ਜਿੱਧਰ ਕਿਤੇ ਉਹਨਾਂ ਦੀ ਛੁੱਟੀ ਹੋਵੇ, ਦਫ਼ਤਰ ਨਾ ਹੋਣ ਤਾਂ ਕਿਸੇ ਦਾ ਮਨ ਨਹੀਂ ਸੀ ਲੱਗਦਾ। ਹਰ ਇੱਕ ਦਾ ਜੀ, ਭਾਵੇਂ ਇਕੱਲਾ ਨਵਾਂ ਜ਼ਮਾਨਾ ਦਾ ਸਟਾਫ ਹੀ ਨਹੀਂ ਸੀ, ਸਾਡੇ ਗੁਆਂਢ ਅਜੀਤ ਦਾ ਜਾਂ ਹੋਰ ਅਖਬਾਰਾਂ ਵਾਲੇ ਵੀ ਜਦੋਂ ਵੀ ਉਹਨਾਂ ਨੂੰ ਫੁਰਸਤ ਮਿਲਣੀ ਤੇ ਉਹ ਨਵੇਂ ਜ਼ਮਾਨੇ ਭੱਜੇ ਆਉਂਦੇ ਸੀ ਔਰ ਜ਼ੀਰਵੀ ਸਾਹਿਬ ਨਾਲ ਗੱਪਸ਼ਪ ਮਾਰਨੀ ਆ ਕੇ। ਇਹ ਉਹਨਾਂ ਦਾ ਇੱਕ ਉਹ ਸ਼ਖਸੀਅਤ ਇਹੋ ਜਿਹੀ ਸਨ। ਮੈਂ ਜਿੰਨੇ ਸਾਲ ਉਹਨਾਂ ਨਾਲ ਕੰਮ ਕੀਤਾ, 79 ਤੋਂ ਬਾਅਦ 80 'ਚ ਫੇਰ ਆ ਗਿਆ। 81 'ਚ ਮੇਰਾ ਵਿਆਹ ਵੀ ਉੱਥੇ ਨਵਾਂ ਜ਼ਮਾਨਾ ਜਨਰਲ ਮੈਨੇਜਰ ਭਾਰਦਵਾਜ ਜੀ ਸੀ ਉਹਨਾਂ ਦੀ ਬੇਟੀ ਨਾਲ ਹੋਇਆ। ਅਤੇ ਇਹ ਜ਼ੀਰਵੀ ਸਾਹਿਬ ਦੀ ਪ੍ਰੇਰਨਾ ਸੀ ਕਿ ਅਸੀਂ ਬਿਨਾਂ ਕਿਸੇ ਰਸਮ ਰਿਵਾਜ ਤੋਂ ਇੱਕ ਦੂਜੇ ਦੇ ਹਾਰ ਪਾ ਕੇ ਵਿਆਹ ਕੀਤਾ। ਔਰ ਇਹ ਜ਼ੀਰਵੀ ਸਾਹਿਬ ਦੀ ਹੀ ਕਰਾਮਾਤ ਸੀ ਵੀ ਉਹਨਾਂ ਨੇ ਸਾਡਾ ਵਿਆਹ ਨਵਾਂ ਜ਼ਮਾਨਾ ਦੇ ਵਰਕਿੰਗ ਡੇ ਦੇ ਵਿੱਚ, ਜਿਹੜੀ ਸਾਡੀ ਅੱਧੇ ਘੰਟੇ ਦੀ ਰਿਸੈਸ ਸੀ, ਉਹਦੇ ਵਿੱਚ ਪਲਾਨ ਕੀਤਾ। ਔਰ ਸਾਰਾ ਸਟਾਫ ਅਤੇ ਆਲੇ ਦੁਆਲੇ ਦਾ ਅਖਬਾਰੀ ਭਾਈਚਾਰਾ ਇਕੱਠਾ ਕਰਕੇ ਅਸੀਂ ਅੱਧਾ ਘੰਟਾ ਦੇ ਵਿੱਚ ਇੱਕ ਦੂਜੇ ਨੂੰ ਅਸੀਂ ਹਾਰ ਪਾਏ। ਮੈਂ ਅਤੇ ਪ੍ਰਭਾਤ ਪਿੰਕੀ ਨੇ, ਜ਼ੀਰਵੀ ਸਾਹਿਬ ਨੇ 2-4 ਚੁਟਕਲੇ ਸੁਣਾਏ ਅਤੇ ਗੁਰਦੀਪ ਸਾਜਨ ਅਤੇ ਇੱਕ ਮੇਰਾ ਮਿੱਤਰ ਮਰਹੂਮ ਹਰਮੀਤ, ਇਹਨਾਂ ਨੇ ਗਜ਼ਲਾਂ ਸੁਣਾਈਆਂ ਅਤੇ ਅਸੀਂ ਅੱਧੇ ਘੰਟੇ 'ਚ ਉਹ ਸੀ ਸਾਡਾ। ਉਹ ਵੀ ਇੱਕ ਜ਼ੀਰਵੀ ਸਾਹਿਬ ਦੀ ਮੈਂ ਆਪਣੇ ਮਨ 'ਤੇ ਸੋਚਦਾ ਕਿ ਜੇ ਮੇਰੀ ਉਹ ਇੱਕ ਪਹਿਚਾਣ ਬਣੀ ਸੀ ਉਦੋਂ ਔਰ ਬੜੀ ਚਰਚਾ ਹੋਈ ਸੀ, ਅਤੇ ਉਹ ਵੀ ਸਾਰਾ ਜ਼ੀਰਵੀ ਸਾਹਿਬ ਦਾ ਕਾਰਨਾਮਾ ਸੀ। ਬੜੀਆਂ ਨੇ ਉਹਨਾਂ ਬਾਰੇ, ਬਹੁਤ ਸਾਰੇ ਦੋਸਤ ਨੇ ਮੇਰੇ ਤੋਂ ਸੀਨੀਅਰ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਰਹੇ ਨੇ, ਉਹਨਾਂ ਨੇ ਬਹੁਤ ਕੁਛ ਲਿਖਿਆ। ਮੈਂ ਵੀ 1-2 ਮਿੱਤਰਾਂ ਦੇ ਕਹਿਣ 'ਤੇ ਉਹਨਾਂ ਦੇ ਨਾਲ ਬਿਤਾਈਆਂ ਯਾਦਾਂ ਲਿਖੀਆਂ ਨੇ। ਪਰ ਜ਼ੀਰਵੀ ਉਹ ਸ਼ਖਸੀਅਤ ਸੀ ਮੇਰੇ ਵਰਗੇ ਵਾਸਤੇ, ਉਹਨੂੰ ਕਿਸੇ ਅੱਖਰਾਂ 'ਚ ਲਿਖ ਸਕਣਾ ਮੁਸ਼ਕਲ ਹੈ। ਪਰ ਕੋਈ ਸਾਡੀ ਉਹ ਮਹਿਫਲ ਨਹੀਂ ਸ਼ਾਮ ਦੀ ਹੁੰਦੀ ਜਿਹਦੇ ਵਿੱਚ ਜ਼ੀਰਵੀ ਦਾ ਜ਼ਿਕਰ ਨਾ ਹੋਵੇ, ਕੋਈ ਹਾਸੇ ਦੀ ਉਹ ਗੱਲ ਨਹੀਂ ਹੁੰਦੀ ਜਿਹਦੇ ਪਿੱਛੇ ਜ਼ੀਰਵੀ ਦੇ ਲਫ਼ਜ਼ ਨਾ ਹੋਣ। ਔਰ ਵਿਦਵਤਾ ਦੇ ਮਾਮਲੇ ਵਿੱਚ ਵੀ ਮੈਂ ਸਮਝਦਾ ਵੀ ਪੱਤਰਕਾਰਤਾ 'ਚ ਮੈਂ ਅੱਜ ਤੱਕ ਮੈਂ ਕੋਈ ਇਹ ਨਹੀਂ ਕਿ ਉਹਨਾਂ ਦੀ ਵਡਿਆਈ 'ਚ ਗੱਲ ਕਰ ਰਿਹਾ। ਆਨੰਦ ਸਾਹਿਬ ਵੀ ਉੱਥੇ ਹੁੰਦੇ ਸੀ, ਬਾਬਾ ਬਨਵਾਣਾ ਜੀ ਵੀ ਸੀ, ਕਮਰ ਸਰਵਨ ਜ਼ਫਰ ਵਰਗੇ ਜਿਹੜੇ ਸੀਨੀਅਰ ਪੱਤਰਕਾਰ ਉੱਥੇ ਕੰਮ ਕੀਤਾ। ਪਰ ਮੈਂ ਦੇਖਿਆ ਕਿ ਮੈਨੂੰ ਅੱਜ ਵੀ ਇਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਨਹੀਂ ਪਤਾ। ਪਰ ਉਦੋਂ ਨਵਾਂ ਜ਼ਮਾਨਾ 'ਚ UNI PTA ਦੀ 2 ਸਰਵਿਸਿਜ਼ ਅੰਗਰੇਜ਼ੀ 'ਚ ਹੁੰਦੀਆਂ ਸੀ, ਜਾਂ ਅਸੀਂ ਅੰਗਰੇਜ਼ੀ ਅਖਬਾਰਾਂ ਤੋਂ ਵੀ ਖਬਰਾਂ ਲੈਂਦੇ ਸੀ ਟਰਾਂਸਲੇਸ਼ਨ ਲਈ। ਅਤੇ ਕਈ ਵਾਰ ਕੋਈ ਔਖਾ ਸ਼ਬਦ ਆ ਜਾਣਾ ਤਾਂ ਅਸੀਂ ਕਈ ਵਾਰੀ ਡਿਕਸ਼ਨਰੀ ਫੋਲਣ ਤੋਂ ਪਹਿਲਾਂ ਜ਼ੀਰਵੀ ਸਾਹਿਬ ਨੂੰ ਪੁੱਛਣਾ, ਅਤੇ ਉਹਨਾਂ ਨੇ ਸਾਨੂੰ ਯਕਦਮ ਉਸ ਲਫ਼ਜ਼ ਦੇ 2-3-4 ਅਰਥ ਦੱਸ ਦੇਣੇ। ਇਹ ਉਹਨਾਂ ਦੀ ਇੱਕ ਮੁਹਾਰਤ ਵੀ ਸੀ। ਅਤੇ ਬੜੀ ਵਾਰੀ ਮੈਂ ਦੇਖਿਆ ਵੀ ਕਈ ਵਾਰੀ ਉਹਨਾਂ ਨੂੰ ਡਾਊਟ ਹੋ ਜਾਵੇ ਅਤੇ ਉਹਨਾਂ ਨੇ ਫਿਰ ਵੀ ਉਹ ਅੱਖਰ ਦੇ ਅਰਥ ਜ਼ਰੂਰ ਦੱਸ ਦੇਣੇ, ਪਰ ਫਿਰ ਉਹ ਤੋਂ ਬਾਅਦ ਡਿਕਸ਼ਨਰੀ ਵੀ ਚੁੱਕ ਲੈਣੀ ਕਈ ਵਾਰ। ਪਰ ਇਹੋ ਜਿਹੇ ਮੌਕੇ ਬਹੁਤ ਘੱਟ ਸੀ। ਪਰ ਆਮ ਉਹ ਸਾਡੀ ਨਵਾਂ ਜ਼ਮਾਨਾ ਦੇ ਵਿੱਚ ਮੈਂ ਵੀ ਬਹੁਤ ਸਮਾਂ ਉੱਥੇ ਰਿਹਾ। ਔਰ ਮੈਨੂੰ ਇੰਨਾ ਪਤਾ ਕਿ ਉਹ ਫਕਰ ਆਦਮੀ ਜਿਨ੍ਹਾਂ ਨੇ ਇੱਕ ਚਿੱਟੀ ਕਮੀਜ਼ ਅਤੇ ਇੱਕ ਚਿੱਟੀ ਪੈਂਟ ਰੋਜ਼ ਧੋਣੀ ਅਤੇ ਆਪ ਪ੍ਰੈਸ ਕਰਨੀ ਅਤੇ ਰੋਜ਼ ਪਾਉਣੀ, ਪੱਗ ਉਹ ਆਪਣੇ ਪਿਛਲੇ ਕਮਰੇ 'ਚ ਹੱਥ 'ਚ ਫੜ ਕੇ ਲੈ ਆਉਂਦੇ ਹੁੰਦੇ ਸੀ ਅਤੇ ਆ ਕੇ ਨਵੇਂ ਜ਼ਮਾਨੇ ਦੀ ਟਰੇ 'ਚ ਰੱਖ ਦੇਣੀ। 2 ਵਜੇ ਤੋਂ ਲੈ ਕੇ ਰਾਤ ਦੇ 8:30-9 ਵਜੇ ਤੱਕ ਉਹਨਾਂ ਨੇ ਟੇਬਲ 'ਤੇ ਕੰਮ ਕਰਨਾ, ਅਤੇ 9 ਵਜੇ ਤੋਂ ਬਾਅਦ ਉਹੀ ਪੱਗ ਹੱਥ 'ਚ ਫੜਨੀ ਅਤੇ ਪਿੱਛੇ ਆਪਣੇ ਕਮਰੇ 'ਚ ਜਾ ਕੇ ਰੱਖ ਦੇਣੀ। ਅਤੇ ਅਸੀਂ ਫਿਰ ਉਹਨਾਂ ਚਿਰ ਮੈਂ ਸਟਾਪ ਪ੍ਰੈਸ ਦਾ ਕੰਮ ਜਾਂ ਹੋਰ ਟੈਕਨੀਕਲੀ ਜਿਹੜਾ ਛਪਾਈ ਦਾ ਕੰਮ ਹੁੰਦਾ ਸੀ ਅਖਬਾਰ ਦਾ ਪਹਿਲੇ ਸਫ਼ੇ ਦਾ, ਉਹ ਕਰਕੇ ਅਤੇ ਫਿਰ ਸ਼ਾਮ ਨੂੰ ਛੱਤ 'ਤੇ ਮਹਿਫਲ ਲਾਉਣੀ। ਹਾਂਜੀ, ਜ਼ੀਰਵੀ ਸਾਹਿਬ ਨੂੰ ਮੈਨੂੰ ਮਿਲਣ ਦਾ ਮੌਕਾ 85-86 ਦੇ ਵਿੱਚ ਮਿਲਿਆ ਸੀ, ਜਦੋਂ ਮੈਂ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਪੜ੍ਹਦਾ ਸੀ। ਅਤੇ ਉਦੋਂ ਨਵੇਂ ਜ਼ਮਾਨੇ ਨਾਲ ਵਾਹ ਪਿਆ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਪਹਿਲਾਂ ਜਦੋਂ ਜਲੰਧਰ ਸੀ, ਕਪੂਰਥਲੇ ਰਹਿੰਦੇ ਸੀ ਉਦੋਂ, ਅਤੇ ਜਦੋਂ ਫਿਰ ਮੁੜ ਕੇ ਉਹ ਇੱਥੇ ਟੋਰਾਂਟੋ ਆ ਗਏ, ਉਹਨਾਂ ਨਾਲ ਮੈਂ ਲਗਾਤਾਰ ਇਨ ਟੱਚ ਰਿਹਾ। ਅਤੇ ਜ਼ੀਰਵੀ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ ਬੜੀ ਵਿਲੱਖਣ ਸ਼ਖਸੀਅਤ ਹੈ।
ਪੰਜਾਬ ਦੇ ਵਿੱਚ ਰਹਿ ਕੇ ਖਾਸ ਕਰਕੇ ਜਿਹੜੇ ਰਾਜਨੀਤੀ ਨਾਲ ਜੁੜੇ ਹੋਏ ਲੋਕ ਨੇ, ਤੁਹਾਨੂੰ ਬਹੁਤ ਟਾਵਾਂ ਤੇ ਸ਼ਾਇਦ ਕਦੇ ਵੀ ਨਾ ਮਿਲੇ ਕੋਈ ਮਨੁੱਖ ਜਿਸ ਨੂੰ ਜ਼ਿੰਦਗੀ ਦੇ ਨਾਲ, ਜਿਸ ਨੂੰ ਭਾਸ਼ਾ ਦੇ ਨਾਲ, ਕਲਾ ਦੇ ਨਾਲ, ਸਮਾਜ ਨਾਲ, ਤੇ ਜਿਹਨੂੰ ਰਾਜਨੀਤੀ ਤੇ ਨਿਆਂ ਦੇ ਨਾਲ ਇੰਨਾ ਪਿਆਰ ਹੈ। ਸੋ ਵੀਰਬੀ ਨੂੰ ਪਿਆਰ ਹੈ, ਵੀਰਬੀ ਦਾ ਜੋ ਦਰਦ ਹੈ ਸਮਾਜ ਦੇ ਲਈ, ਉਹਦਾ ਜਿਹੜਾ ਸਮਾਜ ਦੇ ਨਾਲ ਪਿਆਰ ਹੈ ਉਹਦੇ ਵਿੱਚੋਂ ਨਿਕਲਦਾ। ਵੀਰਬੀ ਨੂੰ ਤੁਸੀਂ ਗੱਲ ਕਰਦੇ ਹੋ, ਚਾਹੇ ਤੁਸੀਂ ਕਲਾ ਦੇ ਬਾਰੇ ਕਰੋ, ਬੁੱਤ ਕਲਾ ਬਾਰੇ ਕਰੋ, ਤੁਸੀਂ ਕਿਸੇ ਦੀ ਪੇਂਟਿੰਗ ਬਾਰੇ ਕਰੋ, ਕਵਿਤਾ ਬਾਰੇ ਕਰੋ, ਵੀਰਬੀ ਸਾਹਿਬ ਹਮੇਸ਼ਾ ਤੋਂ ਹਮੇਸ਼ਾ ਉਹਦੇ ਵਿੱਚ ਜਾਣੂ ਹੁੰਦੇ ਨੇ। ਚਾਹੇ ਉਹ ਇੰਡੀਆ ਦੇ ਪੰਜਾਬ ਦੀ ਕਲਾ ਦੀ ਗੱਲ ਹੁੰਦੀ ਹੈ ਜਾਂ ਅੰਤਰਰਾਸ਼ਟਰੀ ਪੱਧਰ 'ਤੇ। ਵੀਰਬੀ ਸਾਹਿਬ ਬਾਰੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸ਼ੁਰੂ ਦੇ ਵਿੱਚ ਉਹਨਾਂ ਨੇ ਗਜ਼ਲਾਂ ਵੀ ਲਿਖੀਆਂ ਅਤੇ ਉਹ ਤਰੰਨਮ ਦੇ ਵਿੱਚ ਗਜ਼ਲਾਂ ਗਾਉਂਦੇ ਵੀ ਨੇ। ਬੜੇ ਥੋੜ੍ਹੇ ਕੁ ਸਾਲਾਂ ਤੱਕ ਉਹ ਬੜਾ ਅੱਛਾ ਤਰੰਨਮ ਵਿੱਚ ਗਜ਼ਲ ਗਾਉਂਦੇ ਸੀ। ਅਤੇ ਇੱਥੇ ਆਉਣ ਤੋਂ ਬਾਅਦ ਵੀ, ਟੋਰਾਂਟੋ ਆਉਣ ਤੋਂ ਬਾਅਦ ਉਹਨਾਂ ਦੇ ਕੋਲ ਜਦੋਂ ਤੁਸੀਂ ਜਾਓ ਤਾਂ ਉਹਨਾਂ ਦਾ ਇੱਕ ਖਾਸ ਤਰ੍ਹਾਂ ਦੀ ਹੁੰਦੀ ਸੀ ਸ਼ਾਮ, ਜਦੋਂ 4-5 ਵੱਜਣੇ, ਉਹਨਾਂ ਨੇ ਆਪਣਾ ਜੋ ਖਾਣ ਪੀਣ ਦਾ ਪ੍ਰਬੰਧ ਹੈ ਕਰਕੇ, ਅਤੇ ਉਹਨਾਂ ਨੇ ਮਿਰਜ਼ਾ ਗਾਲਿਬ ਜਾਂ ਫੈਜ਼ ਜਾਂ ਹੋਰ ਕੋਈ ਗਜ਼ਲਾਂ ਨੇ ਜਿਹੜੀਆਂ, ਉਹਨਾਂ ਦਾ CD ਜਾਂ ਉਹਨਾਂ ਦਾ ਰਿਕਾਰਡ ਲਾ ਲੈਣਾ ਅਤੇ ਫਿਰ ਨਾਲ ਉਹਨੇ ਗੁਣਗੁਣਾਉਣਾ। ਸੋ ਅਗਲੇ 4-5 ਘੰਟੇ, ਸ਼ਾਮ ਦੇ 4-5 ਤੋਂ ਲੈ ਕੇ ਸ਼ਾਮ ਦੇ 8-9 ਵਜੇ ਤੱਕ ਵੀਰਬੀ ਸਾਹਿਬ ਦੇ ਘਰ ਦਾ ਮਾਹੌਲ ਇਹ ਹੁੰਦਾ ਸੀ। ਨਾਲੇ ਤੁਸੀਂ ਖਾਣਾ ਖਾ ਰਹੇ ਹੋ, ਨਾਲੇ ਗੱਲਾਂ ਬਾਤਾਂ ਕਰ ਰਹੇ ਹੋ, ਅਤੇ ਨਾਲ ਤੁਹਾਡੇ ਬੈਕਗਰਾਊਂਡ ਦੇ ਵਿੱਚ ਮਿਊਜ਼ਿਕ ਚੱਲ ਰਿਹਾ, ਗਜ਼ਲਾਂ ਦਾ ਕਲਾਸੀਕਲ ਮਿਊਜ਼ਿਕ ਚੱਲ ਰਿਹਾ, ਅਤੇ ਵੀਰਬੀ ਸਾਹਿਬ ਉਹਦੇ ਨਾਲ ਗੁਣਗੁਣਾ ਰਹੇ ਨੇ। ਸੋ ਵੀਰਬੀ ਸਾਹਿਬ ਦੀ ਜਿਹੜੀ ਇਹ ਸ਼ਖਸੀਅਤ ਹੈ, ਇਹਦੇ ਵਰਗੀ ਜਿਹੜੀ ਮਿਸਾਲ ਹੈ ਪੰਜਾਬ 'ਚ ਮਿਲਦੀ ਨਹੀਂ। ਖਾਸ ਕਰਕੇ ਪੰਜਾਬ ਦੇ ਜਿਹੜੇ ਰਾਜਨੀਤੀ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਬੜੀ ਇੱਕ ਪਾਸਵਰਡ, 1 ਡਾਇਮੈਂਸ਼ਨਲ ਹੁੰਦੀ ਹੈ। ਜੋ ਖੱਬੇ ਪੱਖੀ ਨੇ ਤਾਂ ਉਹਨਾਂ ਨੂੰ ਤੁਹਾਨੂੰ ਲੱਗਦਾ ਜਿਵੇਂ ਉਹ ਕਿਸੇ ਕਿਤਾਬ 'ਚੋਂ ਪੜ੍ਹ ਰਹੇ ਨੇ, ਜੇ ਉਹ ਕੋਈ ਧਾਰਮਿਕ ਹੈ ਉਹਨਾਂ ਦਾ ਉਸ ਪੱਖੇ ਲੱਗਦਾ। ਸੋ ਵੀਰਬੀ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ ਉਹ ਬਹੁਤ ਹੀ ਸਾਮੀ ਹੈ, ਉਹਦੇ ਵਿੱਚ ਕੋਈ ਉਲਾਰ ਨਹੀਂ। ਉਹਨਾਂ ਦੀ ਸੋਸ਼ਲ ਲਾਈਫ ਦੇ ਵਿੱਚ ਐਕਚੁਅਲੀ ਉਹਨਾਂ ਦੀ ਫਰੈਂਡਸ਼ਿਪਸ ਕਮਾਲ ਸਨ। ਕਾਫੀ ਹਾਊਸ ਜਾਣਾ, ਉੱਥੇ ਉਸ ਵੇਲੇ ਜਿਹੜੇ ਸਾਥੀ ਸਾਰੇ ਸਨ, ਉਹਨੇ ਕਾਫੀ ਹਾਊਸ ਆਉਣਾ, ਔਰ ਜਿੱਥੇ ਵੀਰਬੀ ਸਾਹਿਬ ਟੇਬਲ ਤੇ ਬੈਠੇ ਨੇ ਉੱਥੇ ਠੱਠਾ ਮਜ਼ਾਕ ਹਾਹਾ ਚੱਲ ਰਿਹਾ। ਅੱਛਾ, ਕਦੀ ਵੀ ਇੱਕ ਖਾਸ ਲੈਵਲ ਤੋਂ ਥੱਲੇ ਜਾ ਕੇ ਕਦੀ ਗੱਲ ਨਹੀਂ ਹੋਈ, ਕਦੀ ਇਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਨਹੀਂ ਹੋਈ ਜਿਹਨੂੰ ਅਸੀਂ ਕਹਿ ਸਕੀਏ ਵੀ ਇਹ ਪੂਰੀ ਤਰ੍ਹਾਂ ਹਾਈਲੀ ਸਿਵਲਾਈਜ਼ਡ ਨਹੀਂ ਹੈ। ਇਹ ਕਦੀ ਵੀ ਨਹੀਂ, ਉਹਦੀ ਜ਼ੁਬਾਨ ਤੋਂ ਨਿਕਲੇਗਾ ਹੀ ਨਹੀਂ। ਇਹ ਪੋਇਟਰੀ ਦੇ ਬਹੁਤ ਸ਼ੌਕੀਨ ਸਨ, ਔਰ ਤਰੰਨਮ ਨਾਲ ਜਦੋਂ ਗਾਉਂਦੇ ਸਨ, ਖਾਸ ਕਰਕੇ ਦੋਸਤ ਹੁੰਦਾ ਸੀ ਮਦਨ ਦੀਦੀ, ਬਹੁਤ ਚੰਗਾ ਇਹਨਾਂ ਦਾ ਯਾਰ ਵੀ ਸੀ ਔਰ ਆਪ ਪੋਇਟ ਵੀ ਸੀ, ਟ੍ਰੇਡ ਯੂਨੀਅਨਿਸਟ ਬਹੁਤ ਫਸਟ ਰੇਟ ਕਿਸਮ ਦਾ ਸੀ, ਅਤੇ ਉਹ ਵੀ ਸਾਡੇ ਕੋਲ ਆਏ। ਅਸੀਂ ਬੜੀ ਵਾਰੀ ਅਸੀਂ ਇਹਨਾਂ ਨੂੰ ਜਦੋਂ ਵੀ ਕਹਿਣਾ ਉਸ ਵੇਲੇ, ਫਿਰ ਤਰੰਨਮ ਦੇ ਵਿੱਚ ਜਦੋਂ ਉਹਨੇ ਫੈਜ਼ ਗਾਣਾ ਅਤੇ ਉਹ ਲੁਤਫ ਆ ਜਾਂਦਾ ਸੀ। ਜਦੋਂ ਵੀ ਕਿਤੇ ਇਕੱਠੇ ਹੁੰਦੇ ਸੀ ਤਾਂ ਇਹ ਤਾਂ ਇੱਕ ਜ਼ਰੂਰੀ ਹਿੱਸਾ ਹੁੰਦਾ ਸੀ ਵੀ ਫੈਜ਼ ਦੀ ਪੋਇਟਰੀ ਜਾਂ ਗਾਲਿਬ ਦੀ ਪੋਇਟਰੀ, ਉਹਦੇ ਵਿੱਚੋਂ ਨਜ਼ਮਾਂ, ਗਜ਼ਲਾਂ ਤੇ ਡੈਫੀਨੇਟਲੀ ਗਾਈਆਂ ਜਾਣੀਆਂ, ਔਰ ਵੀਰਬੀ ਸਾਹਿਬ ਨੂੰ ਸਰੂਰ ਆ ਜਾਂਦਾ ਸੀ, ਨਾਲੇ ਦੂਜਿਆਂ ਨੂੰ ਵੀ। ਸ਼ਰ ਫਿਰਾਕ ਮੱਦੇ ਲਬੇ ਮੁਸ਼ਕਬੂ ਕਰੇ, ਗੁਰਬਤ ਕਦੇ ਮੈਂ ਕਿਸੇ ਤੇਰੀ ਗੁਫ਼ਤਗੂ ਕਰੇ, यार आसना नहीं कोई टकराए, किस जाम किस दिलबा के नाम पे खाली सबू करे, शरे फिरा कुमते लबे मुश्कबू करे। ਅੰਮ੍ਰਿਤ ਤੋਂ ਬਿਨਾਂ ਵੀਰਬੀ ਅਧੂਰਾ। ਇਹ ਜੋੜੀ ਜਿਹੜੀ ਸੀ ਦੋਨਾਂ ਦੀ, ਅੰਮ੍ਰਿਤ ਜੀ ਵੀ ਉਦੋਂ ਜਦੋਂ ਮੈਂ ਉੱਥੇ ਗਿਆ ਤੇ ਨਵਾਂ ਜ਼ਮਾਨਾ 'ਚ ਕੰਮ ਕਰਦੇ ਸੀ, ਪਰ ਟੇਬਲ ਤੇ ਘੱਟ ਬੈਠਦੇ ਸੀ। ਉਦੋਂ ਸਫ਼ਾ ਵੰਡ ਹੁੰਦੀ ਸੀ ਤੇ 4 ਨੰਬਰ ਸਫ਼ਾ ਅੰਮ੍ਰਿਤ ਦੇ ਹਿੱਸੇ ਹੁੰਦਾ ਸੀ, ਮੇਨਲੀ ਉਹ ਡਾਕ ਦਾ ਤੇ ਛੋਟੇ ਮੋਟੇ ਇਸ਼ਤਿਹਾਰਾਂ ਦਾ ਹੁੰਦਾ ਸੀ। ਅਸੀਂ ਉਹ ਡਾਕ ਇਕੱਠੀ ਕਰਕੇ ਕਿਉਂਕਿ ਮੈਂ ਉੱਥੇ ਨਵਾਂ ਜ਼ਮਾਨਾ ਦੇ ਟੇਬਲ ਤੇ ਸੌਂਦਾ ਸੀ, ਸਵੇਰੇ 8 ਵਜੇ ਬਿਸਤਰਾ ਬੰਨ੍ਹ ਕੇ ਪਾਸੇ ਕਰ ਲੈਣਾ ਤੇ ਡਾਕ ਇਕੱਠੀ ਕਰਕੇ ਅਮਰ ਜੀ ਨੂੰ ਦੇ ਦੇਣੀ। ਅਮਰ ਜੀ ਨੇ ਜਿੱਥੇ ਸਵੇਰੇ ਬ੍ਰੇਕਫਾਸਟ ਬਣਾਉਣਾ ਜਾਂ ਘਰ ਦੇ ਕੰਮ ਛੋਟੇ ਮੋਟੇ ਕਰਨੇ, ਛੋਟੀ ਬੱਚੀ ਸੀ ਉਹਨਾਂ ਦੀ, ਉਹਨੂੰ ਤਿਆਰ ਕਰਕੇ ਸਕੂਲ ਭੇਜਣਾ, ਨਾਲ ਉਹਨਾਂ ਨੇ ਡਾਕ ਦੀਆਂ ਖਬਰਾਂ ਬਣਾ ਕੇ ਫੜਾ ਦੇਣੀਆਂ
ਕੰਪੋਜ਼ ਹੋ ਕੇ ਅਸੀਂ ਉਹਦੇ ਪ੍ਰੂਫ ਅਮਰ ਜੀ ਨੂੰ ਦੇ ਦੇਣੇ, ਉਹਨਾਂ ਨੇ ਪ੍ਰੂਫ ਪੜ੍ਹ ਕੇ ਤੇ ਇਸੇ ਤਰ੍ਹਾਂ ਉਹ ਘਰ ਦਾ ਕੰਮ ਵੀ ਤੇ ਨਾਲ ਦਫ਼ਤਰ 'ਚ ਸਾਰਾ ਦਿਨ ਕਰਦੀ ਰਹਿੰਦੀ ਸੀ। ਸ਼ਾਮ ਨੂੰ ਜ਼ੀਰਵੀ ਦੀ ਤੇ ਸਾਡੀ ਜਿਹੜੀ ਆਦਤ ਸੀ ਛੱਤ 'ਤੇ ਬਹਿਣ ਦੀ, ਉਹ ਅੰਮ੍ਰਿਤ ਉਹਨਾਂ ਨੂੰ ਪਸੰਦ ਵੀ ਸੀ, ਪਰ ਜਿਵੇਂ ਹੁੰਦਾ ਉਹਨਾਂ ਨੂੰ ਵੀ ਇਹ ਕੀ ਤੁਸੀਂ ਕੰਮ ਫੜਿਆ, ਤੇ ਸਾਡਾ ਬੜਾ ਤਰੀਕਾ ਹੁੰਦਾ ਸੀ ਵੀ ਜ਼ੀਰਵੀ ਸਾਨੂੰ ਚੰਗਾ ਵੀ ਹੁਣ ਵੀ ਮਿੱਤਰੋ ਅਸੀਂ ਚੱਲੇ ਹਾਂ ਘਰ। ਤੇ ਜਦੋਂ ਅੰਮ੍ਰਿਤ ਜੀ ਦੇ ਕੋਲ ਉਹਨਾਂ ਨੇ ਚਲੇ ਨੇ ਤਾਂ ਅਸੀਂ ਲੰਬੀ ਘੰਟੀ ਵਜਾਈ ਜਾਣੀ ਤਾਂ ਕਿ ਅੰਮ੍ਰਿਤ ਹੁਣੀ ਸੁਣ ਲੈਣ। ਤੇ ਜਦੋਂ ਸੁਣਨਾ ਹਾਂ ਜ਼ੀਰਵੀ ਸਾਹਿਬ ਦਾ ਇੱਕ ਫੋਨ ਜ਼ਰੂਰੀ ਜੀ, ਤੇ ਅਸੀਂ ਫਿਰ ਫੋਨ ਦੇ ਭੱਜ ਜ਼ੀਰਵੀ ਸਾਹਿਬ ਨੂੰ ਫਿਰ ਲੈ ਜਾਣਾ। ਤੇ ਅੰਮ੍ਰਿਤ ਨੇ ਸਾਡੇ ਨਾਲ ਲੜਨਾ ਵੀ ਤੁਸੀਂ ਬਾਜ਼ ਨਹੀਂ ਆਉਂਦੇ। ਅੰਮ੍ਰਿਤ ਵੀ ਬਹੁਤ ਅੱਛੇ ਸੁਭਾਅ ਦੀ ਔਰਤ ਸੀ ਔਰ ਉਹਨੇ ਸਾਰੇ ਮਿੱਤਰਾਂ ਨਾਲ ਸਾਡੀ ਪੂਰੀ ਸੇਵਾ ਵੀ ਕਰਨੀ, ਰੋਟੀ ਵੀ ਬਣਾਉਣੀ, ਉਹਨੇ ਕੰਮ ਵੀ ਕਰਦੀ ਸੀ। ਔਰ ਜ਼ੀਰਵੀ ਸਾਹਿਬ ਦੇ ਨਾਲ ਉਹਨਾਂ ਦੀ ਜਿਹੜੀ ਰੋਜ਼ ਦੀ, ਜਿਹਨੂੰ ਆਪਾਂ ਟੁੱਕ ਭੁੜਕੀ ਜਾਂ ਕੋਈ ਇਹੋ ਜਿਹੇ ਸ਼ਬਦ ਵਰਤ ਲੈਂਦੇ ਆ, ਬੜੀ ਇੰਟਰਸਟਿੰਗ ਹੁੰਦੀ ਸੀ। ਔਰ ਉਹ ਜੋੜੀ ਬੜੀ ਪਿਆਰੀ ਜੋੜੀ ਸੀ। ਜ਼ੀਰਵੀ ਸਾਹਿਬ ਨੂੰ ਮਿਲੀ ਜਦੋਂ ਮੈਂ ਜਲੰਧਰ ਪੜ੍ਹਾਉਂਦੀ ਸੀ ਤੇ ਮੇਰਾ ਪੀਰੀਅਡ ਫ੍ਰੀ ਸੀ ਤੇ ਮੈਂ GT ਰੋਡ ਤੇ ਚਲੀ ਗਈ ਸ਼ਾਪਿੰਗ ਕਰਨ। ਉੱਥੇ ਮੇਰੇ 2 ਕਲਾਸ ਫੈਲੋ ਮੈਨੂੰ ਮਿਲੇ, ਉਹਨਾਂ ਨਾਲ ਇਹ ਸੀ, ਉਹਨਾਂ ਫਿਰ ਇੰਟਰੋਡਿਊਸ ਕਰਾਇਆ। ਉਸ ਤੋਂ ਬਾਅਦ ਫਿਰ ਅਸੀਂ ਇਕੱਠਿਆਂ ਨੇ ਚਾਹ ਪੀਤੀ ਤੇ ਵਾਕਫੀਅਤ ਹੋ ਗਈ। ਤੇ ਮੈਂ ਆਪਣਾ ਫ੍ਰੀ ਪੀਰੀਅਡ ਤੇ ਬੁੱਕ ਸੈਂਟਰ ਜਾਂਦੀ ਹੁੰਦੀ ਸੀ, ਇਹ ਵੀ ਉੱਥੇ ਆਉਂਦੇ ਸੀ ਉਸ ਟਾਈਮ, ਤੇ ਤਕਰੀਬਨ ਰੋਜ਼ ਮੁਲਾਕਾਤ ਹੋ ਜਾਂਦੀ ਸੀ। ਇਉਂ ਸਾਡੀ ਜਾਣ ਪਛਾਣ ਸ਼ੁਰੂ ਹੋਈ। ਮੈਂ ਘਰਦਿਆਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਵਿਆਹ ਹੋਲ ਟਾਈਮਰ ਨਾਲ ਕਰਾਉਣਾ। ਹਾਲੇ ਮੈਂ ਇਹਨਾਂ ਨੂੰ ਮਿਲੀ ਨਹੀਂ ਸੀ, ਪਰ ਮੈਂ ਚਾਹੁੰਦੀ ਇਹ ਸੀ ਕਿ ਮੈਂ ਵਿਆਹ ਹੋਲ ਟਾਈਮਰ ਨਾਲ ਕਰਾਵਾਂ। ਇਹ ਤਾਂ ਬਾਅਦ ਵਿੱਚ ਮੈਨੂੰ ਮਿਲੇ ਆ। ਮੈਨੂੰ ਨੇਕੀ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਤਾਂ ਕੀਤੀ ਕਿ ਵੀ ਤੂੰ 10-50 ਰੁਪਏ ਉਹ ਲੈਂਦੇ, ਤੂੰ ਕਿੱਦਾਂ ਗੁਜ਼ਾਰਾ ਕਰੇਂਗੀ। ਪਰ ਮੈਂ ਕਿਹਾ ਨਹੀਂ, ਮੈਂ ਤਾਂ ਆਪੇ ਕਰ ਲੂੰਗੀ, ਫਿਕਰ ਨਾ ਕਰੋ ਤੁਸੀਂ। ਜਦੋਂ ਤੁਸੀਂ ਸੋਚ ਲਓ ਨਾ ਇਹ ਕਰਨਾ, ਫਿਰ ਕੋਈ ਚੀਜ਼ ਹਾਰਡ ਨਹੀਂ। ਪਹਿਲੀ ਗੱਲ ਤਾਂ ਹੈ ਕਿ ਮੈਂ ਆਪਣੇ 'ਤੇ ਕਦੀ ਦਵਾਨੀ ਵੀ ਨਹੀਂ ਖਰਚ ਸਕਦੀ। ਮੈਂ ਕਦੀ ਕੋਈ ਕੱਪੜਾ ਨਹੀਂ ਸਵਾਉਂਦੀ, ਕਦੇ ਕੋਈ ਚੀਜ਼ ਨਹੀਂ ਲੈਂਦੀ। ਮੈਂ ਸਾਰੀ ਜ਼ਿੰਦਗੀ ਗਹਿਣਾ ਨਹੀਂ ਪਾਇਆ, ਕੁਛ ਵੀ ਨਹੀਂ। ਜੇ ਤੁਹਾਡੀਆਂ ਲੋੜਾਂ ਹੀ ਕੋਈ ਨਹੀਂ ਤੇ ਫਿਰ ਤੁਹਾਨੂੰ ਕੀ ਦਿੱਕਤ ਆਉਂਦੀ। ਅੰਮ੍ਰਿਤ ਦੀ ਕਮਾਲ ਹੈ, ਉਹ ਮੁਹੱਬਤ ਉਹਨੇ ਕੀਤੀ ਹੈ ਜ਼ੀਰਵੀ ਨਾਲ ਔਰ ਇੰਨੀ ਖੁਸ਼ ਤਬੀਅਤ ਤਰੀਕੇ ਨਾਲ ਨਿਭਾਈ ਹੈ। ਸਭ ਤਰ੍ਹਾਂ ਦੀਆਂ ਮੁਸ਼ਕਲਾਂ, ਤੰਗੀਆਂ ਜਿਹੜੀਆਂ ਉਹਦੀਆਂ ਇਡੀਓਸਿਨਕ੍ਰੇਸੀਜ਼ ਨੇ ਜ਼ੀਰਵੀ ਦੀਆਂ, ਉਹਨਾਂ ਨੂੰ ਹੱਸ ਕੇ ਲੈਣਾ ਔਰ ਹਰ ਤਰ੍ਹਾਂ ਦੇ ਦੋਸਤਾਂ ਦੀ ਰੱਜ ਕੇ ਸੇਵਾ ਕਰਨਾ ਔਰ ਉਹਨਾਂ ਨੂੰ ਪਿਆਰ ਕਰਨਾ ਔਰ ਹਰ ਇੱਕ ਛੋਟੀ ਗੱਲ ਦੇ ਉੱਤੇ ਉਹਨੂੰ ਵੀ ਮਜ਼ਾਕ ਕਰਨਾ। ਬੜੇ ਅੱਛੇ ਅਮੀਰ ਘਰ 'ਚੋਂ, ਚੰਗੇ ਘਰ 'ਚੋਂ ਸੀ ਇਹਦੇ ਸਾਰੇ ਭਰਾ, ਬਹੁਤ ਅੱਛੇ ਅਹੁਦਿਆਂ 'ਤੇ ਲੱਗੇ ਹੋਏ ਸਿਆਣੇ ਬੰਦੇ। ਤੇ ਇਹਦੀ ਬਹੁਤ ਵੱਡੀ ਮੂਵਮੈਂਟ ਦੇ ਵਿੱਚ ਸ਼ਾਮਲ ਹੋਈ ਤੇ ਇਹਨੇ ਮੂਵਮੈਂਟ ਦੇ ਵਿੱਚ ਵੀ ਸਟਰਗਲ ਵੀ ਕਰਨੀ ਔਰ ਔਰਤਾਂ ਦੀ ਜਿਹੜੀ ਲਹਿਰ ਹੈ ਉਹਦੇ ਵਿੱਚ ਕਾਫੀ ਅੱਗੇ ਵਧੇ ਚੜ੍ਹ ਕੇ ਇਹਨੇ ਹਿੱਸਾ ਵੀ ਲਿੱਤਾ। ਔਰ ਮਹਿਮਾਨ ਨਵਾਜ਼ੀ ਬਹੁਤ ਜ਼ਬਰਦਸਤ ਕਿਸਮ ਦੀ ਔਰ ਬਹੁਤ ਨਿੱਘੀ, ਕੋਈ ਦਿਖਾਵਾ ਨਹੀਂ ਹੈ, ਮਤਲਬ ਨਿੱਘਾ ਪਿਆਰ। ਔਰ ਤਕਲੀਫਾਂ ਬੜੀਆਂ ਕੱਟੀਆਂ ਨੇ ਪਰ ਕਦੀ ਸ਼ਿਕਾਇਤ ਨਹੀਂ ਕੀਤੀ, ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਕੀਤੀ। ਸੁਭਾਅ ਤੇ ਬਹੁਤ ਵਧੀਆ ਹੈ, ਗੁੱਸਾ ਕਦੀ ਨਹੀਂ ਆਉਂਦਾ। ਮੈਨੂੰ ਬਹੁਤ ਗੁੱਸਾ ਆਉਂਦਾ ਜੇ ਮੈਂ ਲੜ ਪਵਾਂ ਤੇ ਕਹਿਣਗੇ ਚੱਲ ਆਪਾਂ, ਮੈਂ ਕਹਿ ਦੂੰ ਮੈਂ ਛੱਡ ਦੇਣਾ, ਤਲਾਕ ਦੇ ਦੇਣਾ। ਕਹਿੰਦੇ ਫਿਰ ਆਪਾਂ ਸਮਾਨ ਵੰਡ ਲਈਏ। 10 ਕੁਰਸੀ ਦੀਆਂ ਲੱਤਾਂ ਲੈਣੀਆਂ ਕਿ ਬਾਹਾਂ ਲੈਣੀਆਂ, ਇੱਦਾਂ ਇਹ ਗੱਲ ਮੁਕਵਾ ਦਿੰਦੇ ਸੀ। ਇੱਕ ਵਾਰੀ ਇਹ ਬਾਪ ਤੇ ਤਿੰਨੋਂ ਭਰਾ ਬੈਠੇ ਸੀ, ਗਰਮਾ ਗਰਮੀ ਹੋ ਰਹੀ ਸੀ ਤੇ ਇਹਨਾਂ ਨੇ ਵਿੱਚ ਹੀ ਸ਼ੁਰਲੀ ਛੱਡ ਦਿੱਤੀ ਕਿ ਇਹਨਾਂ ਦੀ ਦਾੜੀ ਪੂਰੀ ਹੈ, ਜਗਜੀਤ ਦੀ ਥੋੜੀ ਘੱਟ ਹੈ, ਛੋਟੇ ਦੀ ਉਦੋਂ ਵੀ ਘੱਟ ਹੈ। ਕਹਿੰਦੇ ਭਾਈ ਜੀ ਜੇ ਚੌਥਾ ਭਰਾ ਹੋ ਜਾਂਦਾ ਉਹਦੀ ਹੋਣੀ ਦਾੜੀ ਨਹੀਂ ਸੀ ਹੋਣੀ। ਉਹ ਲੜਾਈ ਇੰਝ ਹੀ ਮੁੱਕ ਗਈ। ਇਹਨਾਂ ਦਾ ਜਿਹੜਾ ਸ਼ਾਂਤ ਸੁਭਾਅ ਹੈ ਨਾ, ਉਹ ਕਮਾਲ ਹੈ ਬਸ। ਔਰ ਜੋ ਮਰਜ਼ੀ ਖਾਮੀਆਂ ਵੀ ਹੋਣ ਨਾ, ਉਹ ਸਭ ਢਕੀਆਂ ਜਾਂਦੀਆਂ ਨੇ ਕਿਉਂਕਿ ਸ਼ਾਂਤ ਸੁਭਾਅ ਹੈ। ਕਦੇ ਇਹਨਾਂ ਨੇ ਇੱਕ ਵਰਡ ਮੈਨੂੰ ਨਹੀਂ ਕਿਹਾ, ਕਦੀ। ਮੈਂ ਜਿੱਥੇ ਮਰਜ਼ੀ ਖਰਚ ਕਰਾਂ, ਜੋ ਮਰਜ਼ੀ ਕਰਾਂ, ਕਿਤੇ ਜਾਵਾਂ ਆਵਾਂ,
कभी कोई रोक टोक नहीं, कुछ नहीं। ਮੈਂ ਜਦੋਂ ਵੀਰਵੀਰ ਸਾਹਿਬ ਨੂੰ 85-86 'ਚ ਮਿਲਿਆ ਤੇ ਮੇਰੀ ਉਮਰ ਉਦੋਂ 18 ਕੁ ਸਾਲ ਦੀ ਸੀ, 18-19 ਸਾਲ ਦੀ। ਤੇ ਮੈਂ ਇਹਨਾਂ ਨੂੰ ਮਿਲਿਆ ਤੇ ਮੈਨੂੰ ਬੜਾ ਅਚੰਭਾ ਲੱਗਾ ਕਿ ਕੋਈ ਸ਼ਖਸ ਜਿਹੜਾ ਹੈ ਨਵੇਂ ਜ਼ਮਾਨੇ ਦਾ ਇੰਨਾ ਸੰਪਾਦਕ ਹੈ, ਜਿਹੜਾ ਉਹਦਾ ਇੰਨਾ ਉੱਚਾ ਰੁਤਬਾ ਹੈ ਪੰਜਾਬ ਦੇ ਖੱਬੇ ਪੱਖੀ ਪੋਲੀਟਿਕਸ 'ਚ, ਤੇ ਉਹ ਗੱਲ 'ਤੇ ਮਜ਼ਾਕ ਕਰਦਾ ਤੇ ਤੁਹਾਨੂੰ ਲੱਗਦਾ ਜਿਵੇਂ ਉਹ ਚੁਟਕਲਿਆਂ ਦੀ ਕੋਈ ਪਟਾਰੀ ਖੁੱਲ੍ਹ ਗਈ ਹੋਵੇ। ਸੋ ਉਦੋਂ ਤੱਕ ਮੇਰਾ ਜਿਹੜਾ ਸੰਕਲਪ ਸੀ ਜ਼ਿੰਦਗੀ ਬਾਰੇ ਇਹ ਹੈ ਕਿ ਇਹਨਾਂ ਗੱਲਾਂ ਬਾਰੇ ਤੁਹਾਨੂੰ ਸੰਜੀਦਾ ਹੋਣਾ ਚਾਹੀਦਾ, ਹੱਸਣਾ ਜਿਵੇਂ ਮਨਾ ਹੁੰਦਾ। ਤੇ ਸੋ ਵੀਰਵੀਰ ਨੂੰ ਮਿਲਣ ਤੋਂ ਬਾਅਦ ਮੈਨੂੰ ਮਤਲਬ ਇਹ ਸਮਝ ਪਈ ਕਿ ਜ਼ਿੰਦਗੀ ਕੀ ਹੈ ਤੇ ਤੁਸੀਂ ਆਪਣੀ ਜਿਹੜੀ ਤੁਹਾਡੀ ਪ੍ਰਤੀਬੱਧਤਾ ਹੈ, ਤੁਹਾਡੀ ਫਲਸਫੇ ਦੇ ਨਾਲ ਹੈ, ਉਹ ਆਪਣੀ ਥਾਂ 'ਤੇ ਹੈ, ਪਰ ਜ਼ਿੰਦਗੀ ਨੂੰ ਮੰਨਣਾ ਆਪਣੀ ਥਾਂ 'ਤੇ ਹੈ। ਸੋ ਜਦੋਂ ਮੈਂ ਬਹੁਤ ਇਹਨਾਂ ਦੇ ਨਾਲ ਮੈਂ ਰਾਤਾਂ ਬਿਤਾਈਆਂ ਉੱਥੇ ਕਪੂਰਥਲੇ ਇਹਨਾਂ ਦੇ ਘਰ, ਜਿੱਥੇ ਮਦਨ ਲਾਲ ਦੀਦੀ ਵੀ ਆਉਂਦੇ ਸੀ, ਹੋਰ ਕਵੀ ਕਈ ਵਾਰੀ ਆਉਂਦੇ ਸੀਗੇ, ਗੁਰਦੀਪ ਦੇਹਰਾਦੂਨ ਵਾਲੇ, ਤੇ ਬੜੀ ਪੂਰੀ ਰਾਤ ਸਾਡੀ ਕਵਿਤਾ ਬਾਰੇ, ਸਾਹਿਤ ਬਾਰੇ ਚਰਚਾ ਹੋਣਾ। ਤੇ ਜਦੋਂ ਮੈਂ ਇੱਥੇ ਟੋਰਾਂਟੋ ਆਇਆ, ਕੈਨੇਡਾ ਆਇਆ, ਤੇ ਵੀਰਵੀਰ ਸਾਹਿਬ 1 ਸਾਲ ਬਾਅਦ ਆਏ, ਤੇ ਮੈਨੂੰ ਹਾਲੇ ਵੀ ਯਾਦ ਹੈ ਕਿ ਮੈਂ ਇਹਨਾਂ ਨੂੰ ਇੱਕ ਕਾਰਡ ਭੇਜਿਆ, ਮੇਰੇ ਖਿਆਲ ਨਵੇਂ ਸਾਲ ਦਾ ਸੀ, ਤੇ ਉਹਦੇ ਉੱਤੇ ਮੈਂ ਸੋਚ ਰਿਹਾ ਸੀ ਮੈਂ ਕੀ ਲਿਖਾਂ, ਸੁਰਜਣ ਵੀਰਵੀਰ ਕੌਣ, ਕਿਹਨੂੰ ਕਾਰਡ ਭੇਜ ਰਿਹਾ ਮੈਂ। ਤੇ ਉਹਦੇ 'ਤੇ ਮੈਂ ਇੱਕ ਲਾਈਨ ਲਿਖੀ ਜਿਹੜੀ ਸ਼ਾਇਦ ਵੀਰਵੀਰ ਸਾਹਿਬ ਦੀ ਜਿਹੜੀ ਉਹਦੀ ਸ਼ਖਸੀਅਤ ਹੈ ਉਹਨੂੰ ਉਹ ਡਿਫਾਈਨ ਕਰਦੀ। ਤੇ ਮੈਂ ਲਿਖਿਆ ਸੀ ਸੁਰਜਣ ਵੀਰਵੀਰ ਹੋਰਾਂ ਨੂੰ ਜਿਨ੍ਹਾਂ ਨੇ ਮੈਨੂੰ ਹੱਸਣਾ ਸਿਖਾਇਆ। ਸੋ ਵੀਰਵੀਰ ਉਹ ਸ਼ਖਸ ਹੈ ਜਿਹੜਾ ਤੁਹਾਨੂੰ ਜ਼ਿੰਦਗੀ ਨਾਲ ਪਿਆਰ ਕਰਨਾ ਸਿਖਾਉਂਦਾ ਤੇ ਨਾਲ ਹੱਸਣਾ ਸਿਖਾਉਂਦਾ। ਜਦੋਂ ਮੈਂ ਛੋਟੀ ਸੀਗੀ, ਹਾਲਾਂਕਿ ਮੈਂ ਉਹਨਾਂ ਨੂੰ ਹਮੇਸ਼ਾ ਹੀ ਬਿਜ਼ੀ ਦੇਖਿਆ ਕਿਉਂਕਿ ਉਹ ਪਾਰਟੀ ਵੱਲ ਬਹੁਤ ਡਿਵੋਸ਼ਨ ਸੀ ਉਹਨਾਂ ਦੀ, ਪਰ ਫਿਰ ਵੀ ਉਹ ਮੇਰੇ ਲਈ ਟਾਈਮ ਹਮੇਸ਼ਾ ਕੱਢ ਲੈਂਦੇ ਸੀ। ਔਰ ਕਾਫੀ ਪ੍ਰਭਾਵਿਤ ਰਹੀ ਹਾਂ ਮੈਂ ਉਹਨਾਂ ਤੋਂ, ਉਹਨਾਂ ਦੀ ਲਿਖਤ ਤੋਂ। ਤੇ ਜਿਹੜਾ ਉਹਨਾਂ ਦਾ ਕੋਈ ਇੱਕ ਟੈਲੈਂਟ ਹੈ ਪੇਂਟਿੰਗ ਬਾਰੇ ਕਿਸੇ ਨੂੰ ਨਹੀਂ ਪਤਾ, ਉਹ ਮੇਰੇ ਵਿੱਚ ਵੀ ਆਇਆ ਥੋੜ੍ਹਾ ਜਿਹਾ। ਤੇ ਦੇਖੋ ਫਾਰਮਲ ਐਜੂਕੇਸ਼ਨ ਉਹਨਾਂ ਦੀ ਇੰਨੀ ਜ਼ਿਆਦਾ ਨਹੀਂ ਹੈਗੀ, ਬਟ ਫਿਰ ਵੀ ਉਹਨਾਂ ਨੇ ਮੈਨੂੰ MA ਦੇ ਵਿੱਚ ਪੂਰੀ ਤਰ੍ਹਾਂ ਤਿਆਰੀ ਕਰਵਾਈ ਹੈ, ਔਰ ਅੱਛੇ ਨੰਬਰ ਮੇਰੇ ਤਾਂ ਹੀ ਆਏ ਆ ਉਹਨਾਂ ਕਰਕੇ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਪ੍ਰਿਪੇਅਰ ਕੀਤਾ ਸਾਰੀਆਂ ਚੀਜ਼ਾਂ ਲਈ, ਉਹਦੀ ਮੈਂ ਬਹੁਤ I'm like thankful to him. Always smiling, ਕਦੀ ਗੁੱਸਾ ਨਹੀਂ ਆਉਂਦਾ ਉਹਨਾਂ ਨੂੰ, ਐਂਡ ਬਹੁਤ ਪੇਸ਼ੈਂਟ ਨੇ, ਔਰ ਹਮੇਸ਼ਾ ਦੂਸਰੇ ਦੀ ਗੱਲ ਬਹੁਤ ਸਹਿਜਤਾ ਨਾਲ ਸੁਣਦੇ ਹੈ ਤੇ ਫਿਰ ਸਹਿਜਤਾ ਨਾਲ ਜਵਾਬ ਦਿੰਦੇ। ਬੜੀਆਂ ਇੰਟਰਸਟਿੰਗ ਗੱਲਾਂ ਮੈਂ ਇੱਕ ਦੋ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਪਿਛਲੇ ਫੇਰੀ ਦੌਰਾਨ ਜਦੋਂ ਵੀਰਵੀਰ ਸਾਹਿਬ ਆਏ ਤੇ ਉਹਨਾਂ ਦਾ ਕੋਈ ਇੱਥੇ ਪ੍ਰੈਸ ਕਲੱਬ 'ਚ ਦੋਸਤਾਂ ਨੇ ਸਨਮਾਨ ਕਰਕੇ ਤੇ ਗੁਲਦਸਤਾ ਫੁੱਲਾਂ ਦਾ ਕਾਫੀ ਵੱਡਾ ਉਹਨਾਂ ਨੂੰ ਦਿੱਤਾ। ਤੇ ਵੀਰਵੀਰ ਸਾਹਿਬ ਨੌਨਿਹਾਲ ਜੀ ਦੇ ਘਰ ਗੜੇ ਠਹਿਰੇ ਹੋਏ ਸੀ। ਸ਼ਾਮ ਨੂੰ ਵੀਰਵੀਰ ਸਾਹਿਬ ਜਦੋਂ ਨੌਨਿਹਾਲ ਜੀ ਦੇ ਨਾਲ ਘਰ ਗਏ ਵਾਪਸ, ਤਾਂ ਉਹ ਗੁਲਦਸਤਾ ਫੜਿਆ ਸੀ ਤਾਂ ਉਹਨਾਂ ਨੇ ਨੌਨਿਹਾਲ ਜੀ ਦੀ ਮਿਸਿਸ ਨੂੰ ਫੜਾ ਦਿੱਤਾ, ਵਿਆਹ ਲੈ। ਮੁੜ ਕੇ ਬੈਠ ਕੇ ਪੈਗ ਲਾਇਆ ਤਾਂ ਉਹ ਉਹਨਾਂ ਦੀ ਮਿਸਿਸ ਥੋੜ੍ਹਾ ਜਿਹਾ ਕੰਟਰੋਲ ਸੀ ਵੀ ਹੁਣ ਤੁਸੀਂ ਡਾਕਟਰ ਨੇ ਤੁਹਾਨੂੰ ਮਨਾ ਕੀਤਾ ਵੀ ਇੱਕ ਤੋਂ ਦੂਜਾ ਪੈਗ ਨਹੀਂ ਪੀਣਾ। ਵੀਰਵੀਰ ਸਾਹਿਬ ਮਲੰਗ ਬੰਦੇ ਨੇ, ਫਿਰ ਸੁਣਾ ਇੱਕ ਪਾਇਆ ਦੂਜਾ ਇੱਕ ਬਲੈਬ ਹੋਰ ਪੈਗ। ਨਹੀਂ ਉਹਨਾਂ ਦੀ ਮਿਸਿਸ ਕਹਿਣ ਲੱਗੇ ਨਹੀਂ ਵੀਰਵੀਰ ਸਾਹਿਬ ਵੀ ਤੂੰ ਬਸ ਹੁਣ ਤੁਸੀਂ ਰੋਟੀ ਖਾਓ ਕਰ। ਵੀਰਵੀਰ ਸਾਹਿਬ ਉਹਨੂੰ ਕਹਿੰਦੇ ਉਹਨੂੰ ਮਿਸਿਸ ਨੂੰ, ਉਹ ਗੱਲ ਸੁਣ ਤਲੋਚਨ, ਅੱਜ ਜਿੰਨਾ ਤੈਨੂੰ ਮੈਂ ਫੁੱਲਾਂ ਦਾ ਗੁਲਦਸਤਾ ਦਿੱਤਾ ਹੈ, ਮੈਂ ਕਿਸੇ ਗੋਰੀ ਨੂੰ ਦਿੱਤਾ ਹੁੰਦਾ ਤਾਂ ਉਹਨੇ ਮੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੋ ਜਾਣਾ ਸੀ, ਤੂੰ ਵੀ ਇੱਕ ਪੈਗ ਨਹੀਂ ਪੀਣ ਦਿੰਦੀ ਆ। ਉਹ ਵਿਚਾਰੀ ਹੱਸ ਜੀ ਵੀ ਬੜੇ ਠਾਕੇ ਨਾਲ ਹੱਸਣ 'ਚ ਮਸ਼ਹੂਰ ਨੇ। ਤੇ ਉਹ ਇਹ ਫਿਰ ਮਿੱਤਰਾਂ ਦੋਨਾਂ ਦੀ ਸ਼ਾਮ ਹੋਰ ਰੰਗੀਨ ਹੋਈ। ਇਸ ਤਰ੍ਹਾਂ ਉਹਨਾਂ ਦੀਆਂ ਗੱਲਾਂ ਸਾਨੂੰ ਸੁਣਾਉਂਦੇ, ਫਿਰ ਨਾਲ ਇਹ ਗੱਲ ਸਾਨੂੰ ਨੌਨਿਹਾਲ ਜੀ ਨੇ ਸੁਣਾਈ ਇੱਥੇ ਆ ਕੇ। ਔਰ ਇਸ ਤਰ੍ਹਾਂ ਦੀ ਹੋਰ ਬਹੁਤ ਉਹਨਾਂ ਦੀਆਂ ਅਸੀਂ ਟੇਬਲ 'ਤੇ ਨਿੱਕੀ ਗੱਲ 2 ਮਿੰਟ ਵੀ ਉਹ ਸਾਡਾ ਮਾਹੌਲ ਚੁੱਪ ਨਹੀਂ ਸੀ ਹੁੰਦਾ ਜਦੋਂ ਉਹਨਾਂ ਨੇ ਸਾਰੇ ਸਟਾਫ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਸਾਨੂੰ ਸੁਣਾਉਣੀ, ਭਾਵੇਂ ਪੋਲੀਟੀਕਲ ਖੇਤਰ ਵਿੱਚ ਸੀ, ਉਹਨੂੰ ਕਿਸੇ ਮਜ਼ਾਹੀਆ ਢੰਗ ਦੇ ਵਿੱਚ ਕਹਿਣਾ। ਉਹਨਾਂ ਦੇ ਉੱਤੇ ਉਹ ਆਪਣੇ ਆਪ 'ਚ ਬਾਦਸ਼ਾਹ ਆਦਮੀ ਸੀ। ਇੱਕ ਵਾਰ ਨੌਨਿਹਾਲ ਜੀ ਸਾਨੂੰ ਸੁਣਾਉਂਦੇ ਨੇ ਕਿ ਜਦੋਂ ਪੰਜਾਬ 'ਚ ਬਹੁਤ ਘੋਰ ਅੱਤਵਾਦ ਦਾ ਦੌਰ ਸੀ ਤਾਂ ਉਦੋਂ ਵੀ ਵੀਰਵੀਰ ਸਾਹਿਬ ਰੋਜ਼ ਉਸੇ ਤਰ੍ਹਾਂ ਗੱਡੀ 'ਤੇ ਸ਼ਾਮ ਨੂੰ ਬੈਠ ਕੇ ਕਪੂਰਥਲੇ ਜਾਣਾ, ਉੱਥੋਂ ਦੁਪਹਿਰੇ ਦੂਜੇ ਦਿਨ ਟ੍ਰੇਨ ਫੜਨੀ ਆਉਣਾ। ਕਈ ਵਾਰ ਅਸੀਂ 7:30 ਵਜੇ ਗੱਡੀ ਚੱਲਦੀ ਸੀ ਤਾਂ ਅਸੀਂ ਕਈ ਵਾਰ ਸ਼ਾਮ ਨੂੰ 7 ਵਜੇ ਥੋੜ੍ਹਾ ਜਿਹਾ ਨੁੱਕਰ ਪਾਣੀ ਦਾ ਪ੍ਰੋਗਰਾਮ ਕਰਨਾ। ਅਤੇ ਇੱਕ ਵਾਰੀ ਸਾਡਾ ਦੋਸਤ ਆ ਗਿਆ ਵੀਰਵੀਰ ਸਾਹਿਬ ਨੇ ਪੈਗ ਲਾ ਕੇ, ਵੀਰਵੀਰ ਸਾਹਿਬ ਤੁਸੀਂ ਜੋ ਦੂਜਾ ਲਾਉਣ ਲੱਗੇ ਦੇਖ ਲਓ ਤੁਸੀਂ ਟ੍ਰੇਨ 'ਤੇ ਜਾਣਾ। ਉਹਦੇ ਸਹੁਰੇ ਮੈਂ ਟ੍ਰੇਨ 'ਤੇ ਜਾਣਾ, ਮੈਂ ਚਲਾਉਣੀ ਥੋੜ੍ਹਾ ਵੀ ਮੈਂ ਟ੍ਰੇਨ ਚਲਾਉਣੀ, ਤੂੰ ਮੈਨੂੰ ਪੈਗ ਨਹੀਂ ਲਾਉਣ ਦਿੰਦਾ। ਅਤੇ ਕਈ ਵਾਰੀ ਅਸੀਂ ਇੱਦਾਂ ਦੇ ਸ਼ੁਗਲ 'ਚ ਉਹਨਾਂ ਦੀ ਗੱਡੀ ਲੰਘ ਜਾਣੀ
ਤਾਂ ਅਸੀਂ ਫਿਰ ਸਕੂਟਰ ਤੇ ਉਹਨਾਂ ਨੂੰ ਕਪੂਰਥਲੇ ਛੱਡਣ ਜਾਣਾ ਤੇ ਸਾਨੂੰ ਵੀ ਚਸਕਾ ਹੁੰਦਾ ਸੀ ਵੀ ਅਸੀਂ ਜਿੰਨਾ ਸਮਾਂ ਹੋਰ ਬਿਤਾਈਏ ਉਹਨਾਂ ਦੇ ਨਾਲ। ਬੜਾ ਲੰਮਾ ਸਮਾਂ ਫਿਰ ਜਦੋਂ ਕਪੂਰਥਲੇ ਵੀ ਚਲੇ ਗਏ ਤੇ ਉੱਥੇ ਵੀ ਉਹ ਹਰ ਸੈਚਰਡੇ ਉਹਨਾਂ ਦੇ ਘਰ ਇੱਕ ਸੰਗੀਤਕ ਮਹਿਫਲ ਦਾ ਅਰੇਂਜਮੈਂਟ ਹੁੰਦਾ ਸੀ। ਜ਼ੀਰਵੀ ਸਾਹਿਬ ਗਾਉਂਦੇ ਵੀ ਬਹੁਤ ਸੋਹਣਾ ਸੀ, ਲਿਖਦੇ ਵੀ ਬਹੁਤ ਖੂਬਸੂਰਤ ਸੀ। ਸ਼ਖਸੀਅਤ ਨੇ ਜਿਨ੍ਹਾਂ ਨੇ ਪਿਛਲੇ 40-45 ਕੀ 50-60 ਸਾਲ ਇਸ ਕੰਮ 'ਚ ਬੜਾ ਯੋਗਦਾਨ ਪਾਇਆ। ਲਿਖਣ ਪੜ੍ਹਨ ਦੀਆਂ ਗੱਲਾਂ ਤਾਂ ਉਹਨਾਂ ਦੀ ਆਮ ਲੋਕੀ ਕਰਦੇ ਨੇ, ਪਰ ਵਿਅਕਤੀਤਵ ਜਿਹੜਾ ਉਹਨਾਂ ਦਾ ਉਹ ਬੜਾ ਵਿਪਰੀਤ ਹੈ। ਰੱਬ ਬਾਰੇ ਅਸੀਂ ਬੜੇ ਭੁਲੇਖੇ ਪਾਲਦੇ ਹਾਂ, ਮੈਨੂੰ ਪਤਾ ਨਹੀਂ ਰੱਬ ਕਿਹੋ ਜਿਹਾ ਹੋਵੇ, ਪਰ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਸੁਰਜਨ ਜ਼ੀਰਵੀ ਵਰਗਾ ਰੱਬ ਹੋ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਸੁਰਜਨ ਜ਼ੀਰਵੀ ਮਹਿਮਾਨ ਨਵਾਜ਼ ਹੈ, ਆਏ ਗਏ ਦੀ ਸੇਵਾ ਕਰਨੀ, ਮੁਹੱਬਤ ਨਹੀਂ, ਕਿਸੇ ਦੇ ਕੰਮ ਆਉਣਾ, ਜਿਹੜਾ ਕਿ ਟਾਵੇਂ ਵਿਰਲੇ ਲੋਕ ਕਰਦੇ ਨੇ। ਸੁਰਜਨ ਜ਼ੀਰਵੀ ਨੂੰ ਚਿੱਖ ਹੈ, ਜਿਹੜੇ ਅਗਾਂਹ ਵੱਧ ਉੱਠ ਕੇ ਹੱਥ ਫੜਦੇ ਨੇ ਤੇ ਅਗਲੇ ਦੀ ਤੇ ਹਰ ਪਾਸਿਓਂ ਤਨੋਂ ਮਨੋਂ ਤਨੋਂ ਮਦਦ ਕਰਦੇ ਨੇ। ਰਾਮਪੁਰੀ ਸਾਹਿਬ ਦਾ ਸ਼ੇਰ ਹੈ ਕਿ ਮੋਰ ਨੱਚਦੇ ਵੀ ਰੋਂਦੇ ਰਹਿੰਦੇ ਨੇ, ਹੰਸ ਮਰਦੇ ਸਮੇਂ ਵੀ ਗਾਉਂਦਾ ਹੈ। ਇਹ ਸਹੀ ਆ, ਇਹ ਰਾਮਪੁਰੀ ਸਾਹਿਬ ਦੀ ਲਾਈਨ ਹੈ, ਪਰ ਟੁੱਕਦੀ ਸੁਰਜਨ ਜ਼ੀਰਵੀ ਤੇ ਹੈ। ਮੈਂ ਜਿੱਦਾਂ ਪਹਿਲਾਂ ਕਹਿ ਚੁੱਕਾ ਕਿ ਮਿਹਰਬਾਨ ਦੋਸਤ ਨੇ, ਮਹਿਮਾਨ ਨਵਾਜ਼ ਨੇ, ਆਸ਼ੀਰਵਾਦ ਦਿੰਦੇ ਨੇ, ਹੱਸ ਕੇ ਗੱਲ ਕਰਦੇ ਨੇ, ਦ੍ਰਿੜਤਾ, ਅਟਲ ਰਹਿਣਾ, ਆਪਣੇ ਵਿਚਾਰਾਂ 'ਤੇ ਕਿਸੇ ਨਾਲ ਸਿਰ ਖਪਾਈ ਨਹੀਂ ਕਰਦੇ। ਮੈਂ ਉਹਨਾਂ ਤੋਂ ਬੜੀ ਯੋਗ ਸਲਾਹ ਲਈ ਹੈ ਜੀ, ਔਰ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਜੋ ਨਾ ਹੁੰਦੇ ਮੇਰੀ ਪੁਸਤਕ ਜਿਹੜੀ ਸੁਰਾਂ ਦੇ ਸੁਦਾਗਰ ਹੈ ਹੋਂਦ 'ਚ ਨਹੀਂ ਸੀ ਆਉਣੀ। ਜੋ ਇਹਦਾ ਇਹ ਰੂਪ ਹੈ ਉਹ ਸਭ ਕੁਛ ਇਹਨਾਂ ਦੀ ਦੇਣ ਹੈ। ਮੈਂ ਉਹਨਾਂ ਦੀ ਲੰਮੀ ਉਮਰ ਅਤੇ ਅੱਛੀ ਸਿਹਤ ਲਈ ਦੁਆ ਗਵਾ। मैं कदा था चांदनी थी, मैं न था एक सरापा बेखुदी थी, मैं न था। वाह वाह। वो हंसी बैठा था जब मेरे करीब, वो हंसी बैठा था जब मेरे करीब, लज़्ज़ते हमसाएगी थी, मैं न था। लज़्ज़ते हमसाएगी थी, मैं न था। टूर पर छेड़ा था जिसने आपको, टूर पर छेड़ा था जिसने आपको, वो मेरी दीवानगी थी, मैं न था। वो मेरी दीवानगी थी, मैं न था। मैं कदे के मोड़ पर रुकती हुई मुद्दतों की तश्नगी थी, मैं न था। मुद्दतों की तश्नगी थी, मैं न था। मैं कदा था चांदनी थी, मैं न था। मैं और उस गुंचा देहन की आरज़ू, मैं और उस गुंचा देहन की आरज़ू, आरज़ू की सादगी थी, मैं न था। आरज़ू की सादगी थी, मैं न था। एक सरापा देखी। वाह वाह वाह, बहुत